दीन दयाल परोसे तेरे सब परिवार चढ़ाया बेड़े। दीन दयाल परोसे तेरे सब परिवार चढ़ाया बेड़े। दीन दयाल परोसे तेरे सब परिवार चढ़ाया बेड़े। दयाल परोसे तेरे सब परिवार चढ़ाया बेड़े। दीन दयाल परोसे तेरे सब परिवार चढ़ाया बेड़े। दीन दयाल परोसे तेरे सब परिवार चढ़ाया बेड़े। दीन दयाल परोसे तेरे सब परिवार चढ़ाया बेड़े। दयाल परोसे तेरे सब परिवार चढ़ाया बेड़े। परोसे तेरे अब परिवार चढ़ाया बेड़े। दयाल परोसे तेरे सब परिवार चढ़ाया बेड़े। दीन दयाल परोसे तेरे सब परिवार चढ़ाया बेड़े। दयाल परोसे तेरे सब परिवार चढ़ाया बेड़े। 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 परिवार चढ़ाया बेड़े। परिवार चढ़ाया बेड़े। सब 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 परिवार चढ़ाया बेड़े। परिवार चढ़ाया बेड़े। सब परिवार चढ़ाया बेड़े। परिवार चढ़ाया बेड़े। सब परिवार चढ़ाया बेड़े। सब परिवार चढ़ाया बेड़े। दीन दयाल परोसे तेरे सब परिवार चढ़ाया बेड़े। दयाल परोसे तेरे सब परिवार चढ़ाया बेड़े। दीन दयाल परोसे तेरे सब परिवार चढ़ाया बेड़े। दीन दयाल परोसे तेरे सब परिवार चढ़ाया बेड़े। दीन दयाल परोसे तेरे सब परिवार चढ़ाया है। तेरे परिवार चढ़ाया बेड़े। वाहिगुरु 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 वाहे गुरु वाहिगुरु 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 वाहिगुरु
ਵਾਹਿਗੁਰੂ ਵਾਹਿਗੁਰੂ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਵਾਹਿਗੁਰੂ 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 ਪੁਰਜਾ ਪੁਰਜਾ ਵਾਹਿਗੁਰੂ ਵਾਹਿਗੁਰੂ ਕਟ ਮਰੈ ਵਾਹਿਗੁਰੂ 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 ਕਬੂ ਹੋ ਨਾ ਛਾ ਕਬੂ ਨਾ ਛੜੈ ਖੇਤ ਵਾਹਿਗੁਰੂ 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 ਜਾਤਾ ਪ੍ਰੇਮ ਖੇਲਨ ਕਾ ਵਾਹਿਗੁਰੂ 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 ਸਿਰ ਤਲ ਤਲੇ ਸਿਰ ਤਰ ਤਲੇ ਗਲੇ ਮੇਰੇ ਆਓ ਵਾਹਿਗੁਰੂ 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 ਇਤ ਮਾਰਗ ਪੈਰ ਤੇਰੇ ਜੈ ਇਤ ਮਾਰਗ ਪੈਰ ਤੇਰੇ ਜੈ ਸਿਰ ਦੇ ਜੈ ਸਿਰ ਦੇ ਜੈ ਕਾਂਡ ਨਾ ਕੀ ਜੈ ਵਾਹਿਗੁਰੂ 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 ਗਗਨ ਦਮਾਮਾ ਬਾਜਿਓ ਵਾਹਿਗੁਰੂ ਵਾਹਿਗੁਰੂ ਪਰਿਓ ਨਸਾਮੇ ਕਾਓ ਵਾਹਿਗੁਰੂ ਖੇਤ ਜੋ ਮਾਂਡਿਓ ਸੂਰਮਾ ਵਾਹਿਗੁਰੂ ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਨ ਕੋ ਦਾਓ ਵਾਹਿਗੁਰੂ 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 जो लड़े दिन के हेत सूरा सोई सूरा सोई
लहरा दीन के है सूरा सोई सूरा सोई लरे दिन के सुरा सोए सुरा सोए लरे दिन के सुरा सोए सुरा सो लहरा दीन के हेत सूरा सोई सूरा सोए लरे दिन के तो सूरा सोए सूरा सोए सोई सूरा सोई सूरा सोई सूरा सोई सूरा सोए सूरा सोए सूरा सोए सूरा सोए सोए सूरा सोए सूरा सोए सूरा सोए सूरा लहरा दीन के हेत सूरा सोई सूरा लहरा दीन के है सूरा सोई सूरा सोई दिन के सूरा सोए सूरा सोए जो लहरा दीन के हेत सूरा सोई सूरा सो लहरा दीन के हेत सूरा सोई सूरा सोए दिन के सूरा सोए सूरा सोए सूरा सो पहचानिए जो लहरा दीन के हेत बुरजा बुरजा काट मर कब ना छाटे खेत परम सत्कारयोग गुरु रूप गुरु प्यारी साध संगत जी, आप सब वਡभागी हो। जिन्हां नूं सत संगत दा सुभागा समा प्राप्त होया। आप सब नूं पता ही है, ਪੋਹ ਦੀ ਪੂਰਨਮਾਸ਼ੀ ਨੂੰ ਮੁੱਖ ਰੱਖਦਿਆਂ ਉਹ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਯਾਦ ਵਿੱਚ ਹੁਣੇ ਸਹਿਜ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਨੇ। ਔਰ ਆਓ ਹੁਣ ਕੁਝ ਸਮਾਂ ਕਥਾ ਕੀਰਤਨ ਵਿੱਚ ਹਾਜ਼ਰੀ ਭਰੀਏ। ਰਹਿੰਦੇ ਸਮੇਂ ਨੂੰ ਵੀ ਪਵਿੱਤਰ ਔਰ ਸਫਲਾ ਬਣਾਈਏ। ਇਸ ਪੋਹ ਦੇ ਮਹੀਨੇ ਅੰਦਰ ਆਪ ਸਭ ਜਾਣਦੇ ਹੋ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜਿਆਂ ਦੇ ਸਾਰਾ ਪਰਿਵਾਰ ਜੋ ਖੇਰੂ ਖੇਰੂ ਹੋਇਆ, ਪਰਿਵਾਰ ਦਾ ਵਿਛੋੜਾ ਪਿਆ। ਸਾਧ ਸੰਗਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ ਪਰਿਵਾਰ ਸ਼ਹੀਦ ਕੀਤਾ ਗਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇਹ ਇਤਿਹਾਸ ਆਪਾਂ ਮਹਾਰਾਜ ਕਿਰਪਾ ਕਰਨ ਜਿੰਨਾ ਸਮਾਂ ਹਾਜ਼ਰੀ ਭਰਨੀ ਹੈ, ਉਹਨਾਂ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਬਾਤਾਂ, ਬਾਬਾਣੀਆਂ, ਕਹਾਣੀਆਂ ਪੁੱਤ ਸਪੁੱਤ ਕਰੇਨ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇਹ ਦਰਦ ਭਰਿਆ ਇਤਿਹਾਸ ਸਾਧ ਸੰਗਤ ਕਈਆਂ ਦੇ ਜੀਵਨ ਬਦਲ ਦਿੰਦਾ ਹੈ। ਆਪ ਸਭ ਜਾਣਦੇ ਹੋ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਇਸ ਪੋਹ ਦੇ ਮਹੀਨੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਆਨੰਦਗੜ੍ਹ ਦੇ ਕਿਲ੍ਹੇ ਨੂੰ ਪਹਾੜੀ ਰਾਜਿਆਂ ਔਰ ਔਰੰਗਜ਼ੇਬ ਬਾਦਸ਼ਾਹ ਵੱਲੋਂ, ਬਾਈ ਤਾਲ ਦੇ ਰਾਜਿਆਂ ਵੱਲੋਂ
7 ਮਹੀਨੇ 11 ਦਿਨ ਦਾ ਮਹਾਰਾਜਿਆਂ ਦੇ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾ ਕੇ ਰੱਖਿਆ ਗਿਆ, ਕਿਉਂਕਿ ਸਾਧ ਸੰਗਤ ਔਰੰਗਜ਼ੇਬ ਬਾਦਸ਼ਾਹ ਨੇ ਐਲਾਨ ਕੀਤਾ ਹੋਇਆ ਸੀ, ਮੇਰੇ ਰਾਜ ਵਿੱਚ ਕੋਈ ਛਤਰ ਨਹੀਂ ਚਲਾ ਸਕਦਾ ਆਪਦੇ ਸਿਰ ਤੇ, ਮੇਰੇ ਰਾਜ ਵਿੱਚ ਕੋਈ ਕਲਗੀ ਨਹੀਂ ਲਾ ਸਕਦਾ, ਮੇਰੇ ਰਾਜ ਵਿੱਚ ਕੋਈ ਸਾਜ਼ ਨਹੀਂ ਵਜਾ ਸਕਦਾ। ਪਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜਿਆਂ ਨੇ ਰਣਜੀਤ ਨਗਾਰਾ ਵੀ ਵਜਾਇਆ ਔਰ ਸਾਧ ਸੰਗਤ 1.25 ਲੱਖ ਦੇ ਮਹਾਰਾਜਿਆਂ ਸੀਸ ਤੇ ਛਤਰ ਵੀ ਝੁੱਲਿਆ ਕਰਦੇ, ਤੇ ਸਾਧ ਸੰਗਤ ਆਂਢ ਗੁਆਂਢ ਰਾਜਿਆਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕੀਤੇ। ਔਰੰਗਜ਼ੇਬ ਬਾਦਸ਼ਾਹ, ਜੇ ਗੁਰੂ ਗੋਬਿੰਦ ਸਿੰਘ ਇਸੇ ਤਰ੍ਹਾਂ ਕਲਗੀਆਂ ਲਾਉਂਦਾ ਰਿਹਾ, ਆਪਣੇ ਸਿਰ ਤੇ ਛਤਰ ਚਲਾਉਂਦਾ ਰਿਹਾ, ਤਖਤ ਲਾਉਂਦਾ ਰਿਹਾ, ਰਣਜੀਤ ਨਗਾਰੇ ਵਜਾਉਂਦਾ ਰਿਹਾ, ਤੇਰੇ ਰਾਜ ਨੇ ਜ਼ਿਆਦਾ ਸਮਾਂ ਨਹੀਂ ਰਹਿਣਾ। ਫਿਰ ਹੀ ਔਰੰਗਜ਼ੇਬ ਬਾਦਸ਼ਾਹ ਨੇ ਇਹ ਐਲਾਨ ਕੀਤਾ ਤੇ ਰਾਜਿਆਂ ਨੂੰ ਭੇਜਿਆ। ਉਹ ਸਭ ਜਾਣਦੇ ਸਨ, 22 ਧਾਰ ਦੇ ਰਾਜੇ ਵੀ, ਪਹਾੜੀ ਰਾਜੇ ਵੀ ਜਾਣਦੇ ਸੀ ਵੀ ਇਸ ਤਰ੍ਹਾਂ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਨਾ ਉਹਨੂੰ ਜੰਗ ਦੇ ਮੈਦਾਨ ਵਿੱਚ ਜਿੱਤਿਆ ਜਾ ਸਕਦਾ ਹੈ। ਇਹ ਸਾਰਾ ਕੁਝ ਲਿਖਤੀ ਰੂਪ ਵਿੱਚ ਬਾਦਸ਼ਾਹ ਔਰੰਗਜ਼ੇਬ ਨੂੰ ਪਹਾੜੀ ਰਾਜਿਆਂ ਨੇ ਦਿੱਤਾ ਵੀ ਉਹਨੂੰ ਜੰਗ ਦੇ ਮੈਦਾਨ ਵਿੱਚ ਜਿੱਤਿਆ ਨਹੀਂ ਜਾ ਸਕਦਾ, ਇਹਨਾਂ ਦਾ ਕੋਈ ਹੋਰ ਹੱਲ ਕੀਤਾ ਜਾਏ। ਫਿਰ ਹੀ ਔਰੰਗਜ਼ੇਬ ਬਾਦਸ਼ਾਹ ਨੇ ਇਹ ਜਿਹੜਾ ਇੰਨਾ ਲੰਬਾ ਸਮਾਂ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਰਿਹਾ, ਕਿਤੇ 7 ਮਹੀਨੇ 11 ਦਿਨ, ਇਹ ਨਹੀਂ ਵੀ ਉੱਥੇ ਜੰਗ ਹੋਈ ਗਿਆ, ਇਹਦਾ ਲੰਬਾ ਹੋਣ ਦਾ ਕਾਰਨ ਇਹੀ ਸੀ ਵੀ ਇਸ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ ਜਾਏ ਤੇ ਜਿਹੜੀ ਵਸਤੂ ਬਾਹਰੋਂ ਅੰਦਰ ਜਾਂਦੀ ਹੈ ਉਹ ਬੰਦ ਕਰ ਦਿੱਤੀ ਜਾਏ। ਆਪੇ ਭੁੱਖ ਦੇ ਮਾਰੇ ਗੁਰੂ ਗੋਬਿੰਦ ਸਿੰਘ ਕੀ ਸਾਰੇ ਸਿੰਘ ਕਿਲਾ ਛੱਡ ਕੇ ਜਾਣਗੇ। ਇਹੀ ਕਾਰਨ ਹੋਇਆ ਸੀ ਵੀ ਇੰਨਾ ਲੰਬਾ ਇਹ ਆਨੰਦਗੜ੍ਹ ਦਾ ਕਿਲੇ ਨੂੰ ਘੇਰਾ ਪਿਆ। ਤੇ ਸਾਧ ਸੰਗਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਸ ਵੇਲੇ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਹੋਇਆ ਹੈ, ਬੜਾ ਲੰਮਾ ਸਮਾਂ ਹੋ ਚੁੱਕਿਆ ਹੈ, ਇਸ ਦਾ ਪ੍ਰਬੰਧ ਭਾਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਪਹਿਲਾਂ ਹੀ ਕੀਤਾ ਹੋਇਆ ਸੀ, ਕਿਉਂਕਿ ਸਾਧ ਸੰਗਤ ਜੀਵਨ ਵਾਸਤੇ 3 ਚੀਜ਼ਾਂ ਜ਼ਰੂਰੀ ਨੇ। ਪਹਿਲਾ, ਸਾਡੇ ਜੀਵਨ ਵਾਸਤੇ ਹਵਾ ਜ਼ਰੂਰੀ ਹੈ ਜੋ ਸਰਬ ਵਿਆਪਕ ਹੈ। ਜਿੱਥੇ ਕੋਈ ਮਰਜ਼ੀ ਹੋਵੇ, ਹਵਾ ਜੀਵਨ ਵਾਸਤੇ ਪਹਿਲੀ ਲੋੜ ਹੈ। ਜਿੱਥੇ ਮਰਜ਼ੀ ਹੋਵੇ ਹਵਾ ਮਿਲਦੀ ਹੈ, ਸਰਬ ਵਿਆਪਕ ਹੈ। ਦੂਸਰਾ, ਸਾਡੇ ਜੀਵਨ ਵਾਸਤੇ ਪਾਣੀ ਦੀ ਲੋੜ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜਿਆਂ ਨੇ ਆਨੰਦਗੜ੍ਹ ਸਾਹਿਬ ਦੇ ਕਿਲੇ ਅੰਦਰ ਐਸੀ ਇੱਕ ਬਾਉਲੀ ਸਾਹਿਬ ਬਣਵਾਈ ਹੋਈ ਸੀ। ਸਮੇਂ ਨੂੰ ਵੇਖਦਿਆਂ ਮਹਾਰਾਜ ਜੀ ਨੇ ਪਹਿਲਾਂ ਹੀ ਉਹ ਬਾਉਲੀ ਸਾਹਿਬ ਅੱਜ ਵੀ ਦਰਸ਼ਨ ਕਰਨ ਵਾਸਤੇ ਮਿਲਦੀ ਹੈ ਵੀ ਜਿੰਨਾ ਲੰਮਾ ਸਮਾਂ ਮਰਜੀ ਕੋਈ ਜੰਗ ਚੱਲੇ, ਸਾਡਾ ਕਿਸੇ ਨਾਲ ਕੋਈ ਪਾਣੀ ਦੀ ਕਿੱਲਤ ਨਾ ਆਵੇ। ਮਹਾਰਾਜਿਆਂ ਨੇ ਆਨੰਦਗੜ੍ਹ ਸਾਹਿਬ ਦੇ ਕਿਲੇ ਅੰਦਰ ਬਾਉਲੀ ਵੀ ਬਣਵਾਈ ਹੋਈ ਸੀ। 2 ਚੀਜ਼ਾਂ ਇਹ ਹੋ ਗਈਆਂ, ਪਹਿਲਾਂ ਪਾਣੀ ਤੇ ਹਵਾ, ਇਹ ਦੋਨੇ
ਹਵਾ ਹੈ ਸਰਵ ਵਿਆਪਕ, ਤੇ ਦੂਜਾ ਪਾਣੀ ਦਾ ਪ੍ਰਬੰਧ ਮਹਾਰਾਜੇ ਨੇ ਆਨੰਦਗੜ੍ਹ ਦੇ ਕਿਲੇ ਅੰਦਰ ਕੀਤਾ ਹੋਇਆ ਸੀ। ਤੇ ਤੀਸਰਾ ਸਾਧ ਸੰਗਤ ਭੋਜਨ ਹੁੰਦਾ ਹੈ, ਅੰਨ ਹੁੰਦਾ ਹੈ ਸਾਡੇ ਜੀਵਨ ਵਾਸਤੇ। ਤੇ ਸਾਧ ਸੰਗਤ ਤੀਸਰਾ ਜਿਹੜਾ ਅੰਨ ਹੈ, ਜਿਹੜੀ ਰਸਤ ਜਿਹੜੀ ਬਾਹਰੋਂ ਅੰਦਰ ਜਾਣੀ ਸੀ ਆਨੰਦਗੜ੍ਹ ਦੇ ਕਿਲੇ ਅੰਦਰ, ਉਹ ਬਾਹਰੋਂ ਅੰਦਰ ਜਾਣੀ ਬੰਦ ਕਰ ਦਿੱਤੀ ਗਈ। ਤੇ ਸਾਧ ਸੰਗਤ ਕਿੰਨਾ ਕੁ ਸਮਾਂ ਲੰਘਣਾ ਸੀ? ਕੁਝ ਸਮਾਂ ਤਾਂ ਲੰਘਿਆ। ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜਿਆਂ ਦੇ ਅੰਦਰ ਆਨੰਦਗੜ੍ਹ ਦੇ ਕਿਲੇ ਦੇ ਅੰਦਰ ਕਈ ਸਿੰਘ ਜਦੋਂ ਭੁੱਖੇ ਰਹਿਣ ਲੱਗੇ, ਇੱਥੋਂ ਤੱਕ ਵੀ ਸਮਾਂ ਆਇਆ ਸਿੰਘਾਂ ਨੇ ਦਰਖਤਾਂ ਦੇ ਛਿੱਲੜ ਵੀ ਲਾ ਕੇ ਖਾਧੇ ਔਰ ਪੱਤੇ ਵੀ ਲਾ ਕੇ ਖਾਧੇ ਆਪਣੇ ਢਿੱਡ ਦੀ ਭੁੱਖ ਵਾਸਤੇ। ਤੇ ਸਾਧ ਸੰਗਤ ਇੱਥੇ ਇੱਕ ਕਾਰਨ ਬਣਦਾ ਵੀ ਭੁੱਖ ਤੋਂ ਮਾਰੇ ਸਿੰਘਾਂ ਨੇ ਵਿਦਾਵਾ ਲਿਖਣ ਵਾਸਤੇ ਆਖਿਆ। ਗੁਰੂ ਕਲਗੀਧਰ ਪਾਤਸ਼ਾਹ ਜੀਆਂ ਦੇ ਮਾਤਾ ਗੁਜਰ ਕੌਰ ਜੀਆਂ ਦੇ ਸਨਮੁਖ ਸਿੱਖ ਜਾਂਦੇ ਨੇ, ਮਾਤਾ ਜੀ ਆਪ ਜੀ ਕਿਰਪਾ ਕਰਕੇ ਮਹਾਰਾਜਿਆਂ ਨੂੰ ਉਹ ਸੁਨੇਹਾ ਲਾਓ ਵੀ ਇਹ ਆਨੰਦਗੜ੍ਹ ਦਾ ਕਿਲਾ ਖਾਲੀ ਕਰ ਦੇ ਕੇ ਚਲੇ ਜਾਣ। ਉਹ ਰਾਜੇ ਵੀ ਇਸ ਤਰ੍ਹਾਂ ਹੀ ਆਖਦੇ ਸੀ ਵੀ ਤੁਹਾਨੂੰ ਕੁਝ ਨਹੀਂ ਕਹਿੰਦੇ, ਵੀ ਤੁਸੀਂ ਇੱਕ ਵਾਰ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਜਾਓ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਮਹਾਰਾਜ ਜੀ ਇਹ ਸਾਰੀਆਂ ਨੀਤੀਆਂ ਨੂੰ ਜਾਣਦੇ ਸਨ। ਤੇ ਸਾਧ ਸੰਗਤ ਕਹਿਣ ਲੱਗੇ ਵੀ ਤੁਸੀਂ ਇਹ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਜਾਓ, ਤੁਹਾਨੂੰ ਕੋਈ ਕੁਝ ਨਹੀਂ ਆਖੇਗਾ। ਸਾਰੇ ਜਿਹੜੇ ਭੁੱਖ ਤੋਂ ਮਾਰੇ ਸਿੰਘ ਕਹਿਣ ਲੱਗੇ ਵੀ ਮਹਾਰਾਜ ਆਪਾਂ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਜਾਂਦੇ ਆ। ਹੁਣ ਤਾਂ ਰਾਜੇ ਵੀ ਆਖਦੇ ਨੇ ਵੀ ਤੁਹਾਨੂੰ ਕੁਝ ਨਹੀਂ ਕੋਈ ਕਹੇਗਾ, ਤੁਸੀਂ ਇਹ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਜਾਓ। ਮਹਾਰਾਜ ਕਹਿਣ ਲੱਗੇ ਸਿੰਘੋ ਸਾਨੂੰ ਇਹਨਾਂ ਦਾ ਸਭ ਦਾ ਪਤਾ ਹੈ ਵੀ ਇਹਨਾਂ ਦੀਆਂ ਕੀ ਨੀਤੀਆਂ ਨੇ। ਜਦੋਂ ਮਾਤਾ ਗੁਜਰ ਕੌਰ ਜੀਆਂ ਕੋਲ ਸਿੰਘ ਗਏ, ਜਾ ਕੇ ਕਹਿਣ ਲੱਗੇ ਮਾਤਾ ਜੀ ਤੁਸੀਂ ਆਖੋ ਆਪਣੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਵੀ ਪੁੱਤਰਾ ਵੇਖ ਹੁਣ ਤਾਂ ਇੰਨੀ ਭੁੱਖ ਹੈ, ਲੱਕੇ ਲੱਗੇ ਸਿੰਘਾਂ ਦੇ, ਇਹਨਾਂ ਭੁੱਖ ਤੇ ਮਾਰੇ ਕਈ ਘੋੜੇ ਵੀ ਸ਼ਹੀਦ ਹੋ ਗਏ, ਕਈ ਸਿੰਘ ਵੀ ਸ਼ਹੀਦ ਹੋ ਗਏ। ਪੁੱਤਰਾ ਆਪਾਂ ਇਉਂ ਕਰਦੇ ਹਾਂ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਚੱਲਦੇ ਹਾਂ। ਮਹਾਰਾਜ ਕਹਿਣ ਲੱਗੇ ਮਾਤਾ ਜੀ ਕੋਈ ਗੱਲ ਨਹੀਂ, ਇਹਨਾਂ ਨੂੰ ਸਮਝਾਓ 4 ਦਿਨ ਹੋਰ ਠਹਿਰ ਜਾਓ। ਕਹਿਣ ਲੱਗੇ ਨਹੀਂ ਮਹਾਰਾਜ ਆਪਾਂ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਜਾਈਏ। ਮਹਾਰਾਜ ਕਹਿਣ ਲੱਗੇ ਵੀ ਆ ਸਮਾਂ ਵੇਖੋ ਕਿਹੋ ਜਿਹਾ ਵਿਪਤਾ ਦਾ ਹੈ, ਆਪਾਂ 4 ਦਿਨ ਹੋਰ ਠਹਿਰ ਜਾਂਦੇ ਆ, ਚਲੇ ਜਾਵਾਂਗੇ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ। ਕਹਿਣ ਲੱਗੇ ਮਹਾਰਾਜ ਸਾਥੋਂ ਭੁੱਖ ਸਹਾਰੀ ਨਹੀਂ ਜਾਂਦੀ। ਵੇਖਦੇ ਆ ਨਾ ਵੀ ਉਹਨਾਂ ਨੇ ਵਧਾਵਾ ਲੈ ਕੇ ਦਿੱਤਾ, ਆਪਾਂ ਸਾਰੇ ਆਖਦੇ ਆ ਵੀ ਮਹਾਰਾਜਿਆਂ ਨੂੰ ਵਧਾਵਾ ਦੇ ਕੇ ਉਹਨਾਂ ਨੇ ਬੜਾ ਗਲਤ ਕੰਮ ਕੀਤਾ, ਇਹਨਾਂ ਦੀ ਬੜੀ ਗਲਤੀ ਸੀ ਵੀ ਵਧਾਵਾ ਲਿਖਣਾ ਨਹੀਂ ਸੀ ਚਾਹੀਦਾ। ਪਰ ਸਾਧ ਸੰਗਤ ਜੇ ਵੇਖਿਆ ਜਾਵੇ ਉਹਨਾਂ ਨੇ ਤਾਂ 7 ਮਹੀਨੇ 11 ਦਿਨ ਇੰਨਾ ਲੰਮਾ ਸਮਾਂ ਭੁੱਖ ਕੱਟ ਕੇ ਭੁੱਖ ਦੇ ਦੁੱਖ ਤੋਂ ਵਧਾਵਾ ਲੈ ਕੇ ਦਿੱਤਾ ਸੀ। ਪਰ ਅਸੀਂ ਅੱਜ ਕਿਹੜੀ ਗੱਲ ਤੋਂ ਮਹਾਰਾਜ ਨੂੰ ਵਧਾਵਾ ਦਿੱਤਾ ਹੋਇਆ ਹੈ? ਸਾਧ ਸੰਗਤ ਉਹਨਾਂ ਨੇ ਭੁੱਖ ਦੇ ਦੁੱਖ ਤੋਂ
ਵਿਦਾਵਾ ਲੈ ਕੇ ਦਿੱਤਾ ਹੋਇਆ ਸੀ। ਅਸੀਂ ਸੁੱਖ ਦੇ ਦੁੱਖ ਤੋਂ ਵਿਦਾਵਾ ਲੈ ਕੇ ਦਿੱਤਾ ਹੋਇਆ। ਆਖੋ ਸਤਨਾਮ। ਅਸੀਂ ਸੁੱਖ ਦੇ ਦੁੱਖ ਵਿੱਚੋਂ, ਉਹਨਾਂ ਨੇ ਤਾਂ ਇੰਨਾ ਲੰਮਾ ਸਮਾਂ ਭੁੱਖ ਕੱਟ ਕੇ ਮਹਾਰਾਜ ਜੀ ਨੂੰ ਵਿਦਾਵਾ ਦਿੱਤਾ ਸੀ। ਅਸੀਂ 50-50 ਲੱਖ ਦੀਆਂ ਕੋਠੀਆਂ ਵਿੱਚ ਬਹਿ ਕੇ ਵਿਦਾਵਾ ਦਿੱਤਾ ਹੋਇਆ ਹੈ। ਅਸੀਂ ਫਿਰ ਕਿਵੇਂ ਚੰਗੇ ਹੋ ਗਏ ਉਹਨਾਂ ਨਾਲੋਂ? ਉਹਨਾਂ ਦਾ ਵਿਦਾਵਾ ਅੱਜ ਦੇ ਵਿਦਾਵੇ ਨਾਲ ਪਾਸ਼ਕੂ ਵੀ ਨਹੀਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਆਖਿਆ ਵੀ ਸਿੰਘੋ, ਜੇ ਤੁਸੀਂ ਕਹਿੰਦੇ ਹੋ ਚਲੋ ਇਉਂ ਕਰੋ, ਉਹਨਾਂ ਨੂੰ ਕਹੋ ਵੀ ਸਾਡੇ ਜਿਹੜੇ ਘੋੜੇ ਨੇ ਉਹ ਸ਼ਹੀਦ ਹੋ ਗਏ ਨੇ, ਲਓ ਆਪਣੀਆਂ ਕੋਈ ਖੱਚਰਾਂ ਭੇਜੋ, ਅਸੀਂ ਆਪਣਾ ਖਜ਼ਾਨਾ ਪਾ ਕੇ ਭੇਜਣਾ। ਤੁਸੀਂ ਕਹਿੰਦੇ ਹੋ ਵੀ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਚਲੋ ਮਹਾਰਾਜ। ਮਹਾਰਾਜਿਆਂ ਦੇ ਕਹਿਣ ਤੇ ਪਹਾੜੀ ਰਾਜਿਆਂ ਨੇ ਸਾਧ ਸੰਗਤ ਖੱਚਰਾਂ ਭੇਜੀਆਂ ਆਨੰਦਗੜ੍ਹ ਦੇ ਕਿਲੇ ਅੰਦਰ। ਤੇ ਮਹਾਰਾਜਿਆਂ ਦੀ ਇਹ ਨੀਤੀ, ਕਹਿਣ ਲੱਗੇ ਸਿੰਘੋ ਇਉਂ ਕਰੋ, ਉਹ ਖੱਚਰਾਂ ਦੇ ਨਾ ਖੁਰਜੀਆਂ ਵਿੱਚ ਬਣਾ ਕੇ, ਖੁਰਜੀਆਂ ਪਾ ਕੇ, ਖੁਰਜੀਆਂ ਦੇ ਵਿੱਚ ਮਹਾਰਾਜਿਆਂ ਨੇ ਕੁਝ ਇੱਟ ਵੱਟੇ ਪਾਤੇ। ਸਾਰੇ ਸਿੰਘਾਂ ਨੂੰ ਕਹਿਣ ਲੱਗੇ, ਬਾਕੀ ਸਿੰਘਾਂ ਦੇ ਟੁੱਟੀਆਂ ਫੁੱਟੀਆਂ ਜੁੱਤੀਆਂ ਜਿਹੜੀਆਂ ਉਹ ਵਿੱਚ ਪਾਤੀਆਂ, ਉੱਪਰੋਂ ਚੰਗੇ ਸੋਹਣੇ ਵਸਤਰ ਨਾਲ ਸਿਉਂ ਕੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਾਓ ਸਿੰਘੋ, ਕਹਿ ਦਿਓ ਉਹਨਾਂ ਨੂੰ ਵੀ ਪਹਿਲਾਂ ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਜਾਊਗਾ ਤੇ ਫਿਰ ਮਹਾਰਾਜ ਆਪ ਜਾਣਗੇ। ਤੇ ਸਾਧ ਸੰਗਤ ਜਿਸ ਵੇਲੇ ਹੁਣ ਉਹ ਖੁਰਜੀਆਂ ਜਿਹਦੇ ਵਿੱਚ ਟੁੱਟੀਆਂ ਫੁੱਟੀਆਂ ਜੁੱਤੀਆਂ ਨੇ, ਉੱਤੋਂ ਸੋਹਣੇ ਬਾਤ ਨਾਲ ਸਿਉਂਤੇ ਹੋਏ ਨੇ, ਉਹ ਖੱਚਰਾਂ ਭੇਜੀਆਂ ਨਾ, ਜਿਸ ਵੇਲੇ ਉਹ ਰਾਜਿਆਂ ਦੇ ਤੰਬੂਆਂ ਕੋਲ ਦੀ ਲੰਘਣ ਲੱਗੀਆਂ, ਕਹਿਣ ਲੱਗੇ ਲੈ ਵੀ ਹੁਣ ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਜਾਂਦਾ, ਆਪਾਂ ਇਹੀ ਲੁੱਟ ਲੈਨੇ ਆ। ਤੇ ਸਾਧ ਸੰਗਤ ਜਦੋਂ ਉਹ ਖਜ਼ਾਨੇ ਨੂੰ, ਉਹ ਖੱਚਰਾਂ ਨੂੰ ਮੋੜ ਕੇ ਆਪਣੇ ਤੰਬੂਆਂ ਵਿੱਚ ਲਿਜਾਣ ਲੱਗੇ, ਸਿੰਘ ਪਿੱਛੇ ਆਨੰਦਪੁਰ ਸਾਹਿਬ ਦੇ ਕਿਲੇ ਅੰਦਰ ਆ ਗਏ ਤੇ ਸਾਹਮਣੇ ਵੇਖਦੇ ਨੇ ਉਹ ਸਾਰੀਆਂ ਖੱਚਰਾਂ ਜਿੰਨੀਆਂ ਖੁਰਜੀਆਂ ਭਰੀਆਂ ਹੋਈਆਂ ਸੀ ਸਾਰੀਆਂ ਆਪਣੇ ਤੰਬੂਆਂ ਵਿੱਚ ਲੈ ਜਾਂਦੇ ਨੇ। ਜਾ ਕੇ ਜਦੋਂ ਹੁਣ ਰਾਜੇ ਵੇਖਦੇ ਨੇ, ਉਹਦੇ ਸਿਪਾਹੀ ਵੇਖਦੇ ਨੇ, ਫਰੋਲ ਫਰੋਲ ਕੇ ਵਿੱਚੋਂ ਨਿਕਲਦੇ ਨੇ ਟੁੱਟੇ ਛਿੱਤਰ ਤੇ ਇੱਟਾਂ ਰੋੜੇ। ਕਹਿਣ ਲੱਗੇ ਵੀ ਆਹ ਸਾਥੋਂ ਬੜੀ ਵੱਡੀ ਗਲਤੀ ਹੋ ਗਈ ਹੈ, ਮਹਾਰਾਜ ਦਾ ਸਾਡੇ ਤੋਂ ਵਿਸ਼ਵਾਸ ਉੱਠ ਗਿਆ ਨਾ। ਅਸੀਂ ਤਾਂ ਕਿਹਾ ਸੀ ਵੀ ਮਹਾਰਾਜ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ, ਤੁਸੀਂ ਇੱਕ ਵਾਰ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਜਾਓ। ਤੇ ਸਾਧ ਸੰਗਤ ਹੁਣ ਮਹਾਰਾਜ ਵਿਖਾਉਂਦੇ ਨੇ ਆਨੰਦਗੜ੍ਹ ਦੇ ਕਿਲੇ ਉੱਤੇ ਖੜੇ ਸਿੰਘਾਂ ਨੂੰ, ਉਹ ਵੇਖੋ ਤੁਸੀਂ ਆਖਦੇ ਸੀ ਰਾਜੇ ਕੁਝ ਨਹੀਂ ਕਹਿੰਦੇ, ਉਹ ਤੁਹਾਡਾ ਖਜ਼ਾਨਾ ਜਿਹੜੇ ਟੁੱਟੇ ਫੁੱਟੇ ਛਿੱਤਰ ਪਾ ਕੇ ਇੱਟਾਂ ਰੋੜੇ ਪਾ ਕੇ ਭੇਜੇ ਨੇ ਉਹੀ ਲੁੱਟਣ ਲੱਗ ਗਏ ਨੇ। ਆਹ ਵੇਖ ਲਓ ਇਹਨਾਂ ਦੀਆਂ ਆਹ ਨੀਤੀਆਂ ਨੇ। ਤੇ ਸਾਧ ਸੰਗਤ ਮਹਾਰਾਜ ਕਹਿਣ ਲੱਗੇ 4 ਦਿਨ ਹੋਰ ਠਹਿਰ ਜਾਓ। ਤੇ ਸਾਧ ਸੰਗਤ ਫਿਰ ਉੱਥੇ ਨਾ ਸਿੰਘ ਕਹਿਣ ਲੱਗੇ ਮਹਾਰਾਜ ਵੀ ਹੁਣ ਮਹਾਰਾਜ ਦਾ ਪੱਕਾ ਇਹ ਇਰਾਦਾ ਬਣ ਚੁੱਕਿਆ ਵੀ ਮਹਾਰਾਜ ਹੁਣ ਆਨੰਦਗੜ੍ਹ ਦਾ ਕਿਲਾ ਖਾਲੀ ਨਹੀਂ ਕਰਨਗੇ, ਕਿਉਂ ਰਾਜਿਆਂ ਨੇ ਇਸ ਤਰ੍ਹਾਂ ਮਹਾਰਾਜ ਨਾਲ ਕੀਤਾ। ਮਹਾਰਾਜ ਹੁਣ ਭੁੱਖ ਤੋਂ ਸਤਾਏ ਹੋਏ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਸਾਨੂੰ ਫਿਰ ਆਗਿਆ ਦਿਓ, ਅਸੀਂ ਵਾਪਸ ਘਰ ਚਲੇ ਜਾਂਦੇ ਹਾਂ। ਕਿਉਂ ਭੁੱਖ ਤੋਂ ਮਾਰੇ ਸਤਾਏ, ਕਿਉਂਕਿ ਸਾਧ ਸੰਗਤ ਭੁੱਖ ਮੌਤ ਨਾਲੋਂ ਵੀ ਮਾੜੀ ਮੰਨੀ ਗਈ ਹੈ। ਸੂਫੀ ਫਕੀਰ ਹੋਏ ਸੰਤ ਭਗਤ ਫਰੀਦ ਸਾਹਿਬ ਜੀ, ਜਿਨੇ ਮਿਸਤਰੀ ਦੀ ਦੁਕਾਨ ਤੇ ਜਾ ਕੇ ਆਖ ਦਿੱਤਾ ਮਿਸਤਰੀ ਮੈਨੂੰ ਕਾਠ ਦੀ ਰੋਟੀ ਬਣਾ ਕੇ ਦੇ ਦੇ, ਮੈਂ ਭਗਤੀ ਕਰਨ ਵਾਸਤੇ ਜੰਗਲਾਂ ਵਿੱਚ ਚੱਲਿਆ। ਕਾਠ ਦੀ ਰੋਟੀ ਸਾਧ ਸੰਗਤ ਪੜ੍ਹਦੇ ਆ ਬਚਨ, ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਕਹਿਣ ਲੱਗੇ ਫਰੀਦ ਸਾਹਿਬ ਜੀ ਜਾ ਕੇ ਵੀ ਮਿਸਤਰੀ ਮੈਨੂੰ ਕਾਠ ਦੀ ਰੋਟੀ ਬਣਾ ਦੇ। ਤੇ ਸਾਧ ਸੰਗਤ ਆਪਾਂ ਨੂੰ ਵੀ ਪਤਾ ਕਾਠ ਦੀ ਰੋਟੀ ਕਦੇ ਭੁੱਖ ਲਾਉਂਦੀ ਨਹੀਂ ਹੁੰਦੀ। ਕਹਿਣ ਲੱਗਿਆ ਮਿਸਤਰੀ ਫਰੀਦ ਮੈਂ ਤੈਨੂੰ ਕਾਠ ਦੀ ਰੋਟੀ ਦਾ ਬਣਾ ਦਿੰਦਾ, ਮੈਨੂੰ ਇਹ ਇਉਂ ਦੱਸ ਵੀ ਉਹਨੂੰ ਲਾ ਕੇ ਕਾਹਦੇ ਨਾਲ ਖਾਵੇਂਗਾ।
ਆਪਾਂ ਵੀ ਵੇਖਦੇ ਨਾ ਕਿਸੇ ਸਬਜ਼ੀ ਜਾਂ ਦਾਲ ਨਾਲ ਅਚਾਰ ਨਾਲ ਲਾ ਕੇ ਖਾਂਦੇ ਆ। ਭਗਤ ਫਰੀਦ ਸਾਹਿਬ ਨੂੰ ਮਿਸਤਰੀ ਉਹ ਕਹਿਣ ਲੱਗਿਆ ਮੈਂ ਕਾਠ ਦੀ ਰੋਟੀ ਤਾਂ ਬਣਾ ਦਿੰਨਾ, ਇਉਂ ਦੱਸ ਵੀ ਉਹਨੂੰ ਲਾ ਕੇ ਕਾਹਦੇ ਨਾਲ ਖਾਵੇਂਗਾ। ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਕਹਿਣ ਲੱਗੇ ਮਿਸਤਰੀ ਇੱਥੇ ਪਾਠ ਲਾਵਣ ਨਹੀਂ ਕਰਨਾ ਵੀ ਭੁੱਖ ਲਾਉਂਦੀ ਹੈ, ਕਾਠ ਦੀ ਰੋਟੀ ਕਦੇ ਭੁੱਖ ਲਾਉਂਦੀ ਨਹੀਂ ਹੁੰਦੀ, ਉੱਥੇ ਪਾਠ ਕਰਨਾ ਲਾਵਣ ਮੇਰੀ ਭੁੱਖ। ਸਾਧ ਸੰਗਤ ਮਿਸਤਰੀ ਨੂੰ ਕਹਿਣ ਲੱਗੇ ਭਗਤ ਕਵੀ ਫਰੀਦ ਸਾਹਿਬ ਜੀ, ਮਿਸਤਰੀ ਮੈਨੂੰ ਕਾਠ ਦੀ ਰੋਟੀ ਬਣਾ ਦੇ, ਮੈਂ ਲਾਉਣ ਵਾਸਤੇ ਉੱਤੇ ਆਪਣੀ ਭੁੱਖ ਹੀ ਰੱਖ ਲੂੰਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਲਾਵਣ ਮੇਰੀ ਭੁੱਖ, ਮੈਂ ਉਹਨੂੰ ਲਾਉਣ ਵਾਸਤੇ ਆਪਣੀ ਭੁੱਖ ਹੀ ਰੱਖ ਲੂੰ। ਜਿਹਨੇ ਭਾਵ ਕਿ ਇੰਨਾ ਭੁੱਖ ਤੇ ਕੰਟਰੋਲ ਕੀਤਾ ਸੀ, ਆਖਰ ਨੂੰ ਉਹ ਵੀ ਹੱਥ ਕੜੇ ਕਰ ਗਿਆ। ਭਗਤ ਫਰੀਦ ਸਾਹਿਬ ਕਹਿਣ ਲੱਗੇ ਫਰੀਦਾ ਮੌਤੋਂ ਭੁੱਖ ਬੁਰੀ। ਕਹਿਣ ਲੱਗੇ ਮੌਤ ਨਾਲੋਂ ਭੁੱਖ ਮਾੜੀ ਹੈ। ਕਿਉਂ ਮਾੜੀ ਹੈ? ਬਸ ਗੱਲ ਇੰਨੀ ਕੀ ਹੈ ਪਿਆਰਿਓ, ਮੌਤ ਨੇ ਇੱਕ ਵਾਰ ਆਉਣਾ, ਇਹਨੇ ਦਿਹਾੜੀ ਵਿੱਚ 8 ਵਾਰ ਆਉਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਕਹਿ ਦਿੱਤਾ ਭਗਤ ਫਰੀਦ ਸਾਹਿਬ ਜੀ ਨੇ, ਫਰੀਦਾ ਮੌਤੋਂ ਭੁੱਖ ਬੁਰੀ, ਮੌਤ ਨਾਲੋਂ ਭੁੱਖ ਮਾੜੀ ਹੈ। ਭੁੱਖ ਤੋਂ ਸਤਾਏ ਸਿੰਘਾਂ ਨੇ ਮਹਾਰਾਜ ਜੀ ਨੂੰ ਬਦਾਵਾ ਲਿਖਣ ਵਾਸਤੇ ਆਖਿਆ। ਮਹਾਰਾਜ ਕਹਿਣ ਲੱਗੇ ਸਿੰਘੋ ਤੁਸੀਂ ਆਖਦੇ ਹੋ ਅਸੀਂ ਇਸ ਸਮੇਂ ਬਿਪਤਾ ਦੀ ਘੜੀ ਵਿੱਚ ਤੁਹਾਡੇ ਨਾਲ ਨਹੀਂ ਖੜ ਸਕਦੇ, ਅਸੀਂ ਜਾਣਾ ਘਰ ਜਾਣਾ ਚਾਹੁੰਦੇ ਹਾਂ। ਮਹਾਰਾਜ ਕਹਿਣ ਲੱਗੇ ਚਲੋ ਚਲੇ ਤਾਂ ਜਾਓ, ਇਹ ਨਾ ਹੋਵੇ ਅੱਜ ਬਿਪਤਾ ਦਾ ਸਮਾਂ ਕੱਲ ਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਰੰਗ ਬਹਾਰਾ ਇਸ ਆਨੰਦਪੁਰ ਸਾਹਿਬ ਦੇ ਅੰਦਰ ਹੋਣ, ਸੁੱਖ ਦਾ ਸਮਾਂ ਆ ਜਾਏ ਤੇ ਤੁਸੀਂ ਫਿਰ ਝੋਲਾ ਚੱਕ ਕੇ ਮੇਰੇ ਆਨੰਦਗੜ੍ਹ ਦੇ ਕਿਲੇ ਵਿੱਚ ਆ ਜਾਓ। ਉਹ ਵੇਖੋ ਸਾਹਮਣੇ ਇੱਕ ਸ਼ਾਹੀ ਤੇ ਦਵਾਤ ਪਿਆ, ਉਹ ਕਾਗਜ਼ ਪਿਆ, ਉਹਦੇ ਉੱਤੇ ਆਪੋ ਆਪਣਾ ਨਾਮ ਲਿਖਦੇ ਜਾਓ ਤੇ ਆਨੰਦਗੜ੍ਹ ਦਾ ਕਿਲੇ ਦਾ ਦਰਵਾਜ਼ਾ ਖੁੱਲ੍ਹਾ, ਵਾਪਸ ਆਪਣੇ ਘਰ ਨੂੰ ਜਾਂਦੇ ਜਾਓ। ਜਾਓ ਵਦਾਵਾ ਲਿਖ ਜਾਓ, ਇੰਨੀ ਗੱਲ ਲਿਖ ਦਿਓ ਵੀ ਮਹਾ ਸਿੰਘ ਨੂੰ ਕਹਿਣ ਲੱਗੇ ਮਹਾਰਾਜ ਜੀ ਵੀ ਜਾਓ ਇੰਨੀ ਗੱਲ ਲਿਖ ਦਿਓ ਵੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਇੰਨੀ ਗੱਲ ਲਿਖ ਕੇ ਆਪਣੇ ਆਪਣੇ ਨਾਮ ਲਿਖ ਕੇ ਇਸ ਆਨੰਦਗੜ੍ਹ ਦੇ ਕਿਲੇ ਵਿੱਚੋਂ ਜਾਂਦੇ ਜਾਓ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਪੜ੍ਹੋ ਪ੍ਰੇਮ ਨਾਲ। बड़ी खुशी नाल जाओ जिन्हां ने जाना, दे दिओ विदावा लिख के। ਸਿੰਘੋ ਸਿੰਘੋ ਘਰਾਂ ਨੂੰ जीने जाना, दे दिओ विदावा लिख के। जिन्हां ने घरां ਨੂੰ ਸਿੰਘੋ जाना, दे दिओ विदावा लिख। जिन्हां ने घरां ਨੂੰ ਸਿੰਘੋ जाना, दे दिओ विदावा लिख के। जिन्हां ने घरां ਨੂੰ ਸਿੰਘੋ जाना, दे दिओ विदावा लिख के। जिन्हां ने घरां ਨੂੰ ਸਿੰਘੋ जाना, दे दिओ विदावा लिख के। जिन्हां ने घरां ਨੂੰ ਸਿੰਘੋ जाना, दे दिओ विदावा लिख के। जिन्हां ने घरां ਨੂੰ ਸਿੰਘੋ जाना, दे दिओ विदावा लिख के। वारदे हुंदे सी तुसीं मेरे उत्तों जान वे, वारदे हुंदे सी तुसीं मेरे उत्तों जान वे। कहंदे हुंदे सी तुसीं प्राण ओ साडे, कहंदे हुंदे सी तुसीं प्राण हो साडे। हाँ वारदे हुंदे सी तुसीं मेरे उत्तों जान वे, वारदे हुंदे सी तुसीं मेरे उत्तों जान वे। कहंदे हुंदे सी तुसीं
ਸਾਡਿਓ ਪ੍ਰਾਣ ਓਏ ਕਹਿੰਦੇ ਹੁੰਦੇ ਸੇ ਤੁਸੀਂ ਸਾਡਿਓ ਪ੍ਰਾਣ ਵੇ। ਬੜਾ ਔਖਾ ਹੁੰਦਾ ਬੋਲ ਪੁਗਾਣਾ, ਦੇ ਦਿਓ ਵਿਦਾਵਾ ਲਿਖ ਕੇ ਜਿਨ੍ਹਾਂ ਨੇ ਘਰਾਂ ਨੂੰ ਸਿੰਘੋ ਜਾਣਾ, ਦੇ ਦਿਓ ਵਿਦਾਵਾ ਲਿਖ ਕੇ ਜਿਨ੍ਹਾਂ ਨੇ ਘਰਾਂ ਨੂੰ ਸਿੰਘੋ ਜਾਣਾ, ਦੇ ਦਿਓ ਵਿਦਾਵਾ ਲਿਖ ਕੇ ਜਿਨ੍ਹਾਂ ਨੇ ਘਰਾਂ ਨੂੰ ਸਿੰਘੋ ਜਾਣਾ, ਦੇ ਦਿਓ ਵਿਦਾਵਾ ਲਿਖ ਕੇ। ਹਾਂ ਵਾਰਦੇ ਹੁੰਦੇ ਸੀ ਤੁਸੀਂ ਮੇਰੇ ਉੱਤੋਂ ਜਾਣ ਓਏ, ਵਾਰਦੇ ਹੁੰਦੇ ਸੇ ਤੁਸੀਂ ਮੇਰੇ ਉੱਤੋਂ ਜਾਣ ਓਏ, ਕਹਿੰਦੇ ਹੁੰਦੇ ਸੀ ਤੁਸੀਂ ਸਾਡਿਓ ਪ੍ਰਾਣ ਓਏ, ਕਹਿੰਦੇ ਹੁੰਦੇ ਸੇ ਤੁਸੀਂ ਸਾਡਿਓ ਪ੍ਰਾਣ। ਹਾਂ ਬੜਾ ਔਖਾ ਹੁੰਦਾ ਬੋਲ ਪੁਗਾਣਾ, ਔਖਾ ਹੁੰਦਾ ਬੋਲ ਪੁਗਾਣਾ, ਦੇ ਦਿਓ ਵਿਦਾਵਾ ਲਿਖ ਕੇ ਜਿਨ੍ਹਾਂ ਨੇ ਘਰਾਂ ਨੂੰ ਸਿੰਘੋ ਜਾਣਾ, ਦੇ ਦਿਓ ਵਿਦਾਵਾ ਲਿਖ ਕੇ ਜਿਨ੍ਹਾਂ ਨੇ ਘਰਾਂ ਨੂੰ ਸਿੰਘੋ ਜਾਣਾ, ਦੇ ਦਿਓ ਵਿਦਾਵਾ ਲਿਖ ਕੇ। ਹਾਂ ਜਿਨ੍ਹਾਂ ਨੇ ਘਰਾਂ ਘਰਾਂ ਨੂੰ ਸਿੰਘੋ ਜਾਣਾ, ਦੇ ਦਿਓ ਵਿਦਾਵਾ ਲਿਖ ਕੇ, ਜਿਨ੍ਹਾਂ ਨੇ ਘਰਾਂ ਨੂੰ ਸਿੰਘੋ ਸਿੰਘੋ ਜਾਣਾ, ਦੇ ਦਿਓ ਵਿਦਾਵਾ ਲਿਖ ਕੇ। ਜਿਨ੍ਹਾਂ ਨੇ ਘਰਾਂ ਨੂੰ ਸਿੰਘੋ ਜਾਣਾ, ਦੇ ਦਿਓ ਵਿਦਾਵਾ ਲਿਖ ਕੇ। ਹਾਂ ਮਹਾਰਾਜ ਕਹਿਣ ਲੱਗੇ ਵੀ ਇਹ ਜਾਣਾ ਤੇ ਆਪ ਦਾਵਾ ਲਿਖ ਜਾਓ, ਇੰਨੀ ਗੱਲ ਕਹਿ ਦਿਓ ਉਹਦੇ ਉੱਤੇ ਆਪਣੇ ਨਾਮ ਲਿਖ ਦਿਓ ਵੀ ਤੂੰ ਸਾਡਾ ਗੁਰੂ ਨਹੀਂ, ਅੱਜ ਤੋਂ ਬਾਅਦ ਅਸੀਂ ਤੇਰੇ ਸਿੱਖ ਨਹੀਂ। ਤੇ ਸਾਧ ਸੰਗਤ ਆਪੋ ਆਪਣਾ ਨਾਮ ਲਿਖਦੇ ਗਏ। 40 ਸਿੰਘ ਉਹ ਵਿਦਾਵਾ ਲਿਖ ਕੇ ਆਨੰਦਗੜ੍ਹ ਦੇ ਕਿਲੇ ਵਿੱਚੋਂ ਚਲੇ ਗਏ। ਤੇ ਸਾਧ ਸੰਗਤ ਇੱਥੇ ਇੱਕ ਗੱਲ ਯਾਦ ਰੱਖਿਓ, ਉਹਨਾਂ ਨੇ ਵਿਦਾਵਾ ਲਿਖਿਆ ਸੀ ਕਾਲੀ ਸ਼ਾਹੀ ਦੇ ਨਾਲ, ਤੇ ਉਹੀ ਵਿਦਾਵਾ ਭਗਾਣੀ ਦੇ ਯੁੱਧ ਅੰਦਰ ਖਿਦਰਾਣੇ ਦੀ ਢਾਬ ਤੇ ਸਾਧ ਸੰਗਤ ਉਹਨਾਂ ਨੇ ਲਾਲ ਖੂਨ ਦੇ ਨਾਲ ਆਪਣਾ ਵਿਦਾਵਾ ਪੜਵਾ ਦਿੱਤਾ। ਜਿਹੜੇ ਵਿਦਾਵੇ ਅਸੀਂ ਲਿਖੀ ਬੈਠੇ ਆ ਉਹ ਨਾਲੇ ਜਾਣੇ ਵੀ ਸਾਡੇ ਨਾਲ ਹੀ ਨੇ, ਆਖੋ ਸਤਨਾਮ। ਇਹ ਵਿਦਾਵਾ ਹੀ ਹੈ ਸਾਧ ਸੰਗਤ, ਇੰਨੇ ਸੁੱਖ ਦੇ ਵਿੱਚ ਰਹਿੰਦੇ ਆ ਅਸੀਂ ਉਹਨਾਂ ਨੂੰ ਭੁਲਾ ਦਿੱਤਾ ਹੈ। ਸਿੱਖਾਂ ਦੇ ਘਰ ਜਨਮ ਲੈ ਕੇ ਜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਤੇ ਸਾਧ ਸੰਗਤ ਇਦੋਂ ਵੱਡਾ ਵਿਦਾਵਾ ਕਿਹੜਾ ਹੈ? ਸਿੱਖਾਂ ਦੇ ਘਰ ਜਨਮ ਲੈ ਕੇ ਕਰੇਤਾਂ ਦੇ ਵਿੱਚ ਫਸਿਆ ਇਦੋਂ ਵੱਡਾ ਵਿਦਾਵਾ ਕਿਹੜਾ ਹੈ? ਇਹ ਵਿਦਾਵੇ ਜਿਹੜੇ ਅਸੀਂ ਲਿਖੇ ਬੈਠੇ ਆ ਉਹ ਉਸ ਸਮੇਂ ਦਾ ਵਿਦਾਵਾ ਅੱਜ ਦੇ ਸਮੇਂ ਦੇ ਪਾਸ਼ਕੂ ਵੀ ਨਹੀਂ। ਤੇ ਸਾਧ ਸੰਗਤ ਜਦੋਂ ਵਿਦਾਵਾ ਲੈ ਕੇ ਉਹ 40 ਸਿੰਘ ਚਲੇ ਗਏ, ਥੋੜਾ ਸਮਾਂ ਦਿਨ ਮਹਾਰਾਜ ਜੀ 1-2 ਦਿਨ ਲੰਘੇ ਤੇ ਫਿਰ ਸਾਧ ਸੰਗਤ 22 ਧਾਰ ਦੇ ਰਾਜਿਆਂ ਨੇ, ਪਹਾੜੀ ਰਾਜਿਆਂ ਨੇ, ਹਿੰਦੂਆਂ ਨੇ ਆਟੇ ਦੀ ਗਊ ਬਣਾ ਕੇ ਤੇ ਸਾਧ ਸੰਗਤ ਕੁਰਾਨ ਸ਼ਰੀਫ ਦੀ ਜਿਲਦ ਦੇ ਉੱਤੇ ਨਾ ਰੱਖ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੋਲ ਕੁਝ ਸਿਪਾਹੀ ਗਏ ਤੇ ਕਹਿਣ ਲੱਗੇ ਅਸੀਂ ਸੌਹਾਂ ਖਾਨਿਆਂ ਵੀ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ, ਸਾਡੀ ਗਲਤੀ ਹੋ ਗਈ ਵੀ ਤੁਹਾਡੇ ਖਜ਼ਾਨਾ ਸਮਝ ਕੇ ਅਸੀਂ ਉਹ ਖਚਰਾਂ ਨੂੰ ਆਪਣੇ ਤੰਬੂਆਂ ਦੇ ਵਿੱਚ ਲੈ ਗਏ, ਅਸੀਂ ਗਲਤੀ ਸਮਝਦੇ ਹਾਂ, ਲਓ ਸਾਡੇ ਤੇ ਵਿਸ਼ਵਾਸ ਕਰੋ, ਆ ਸਾਰਿਆਂ ਨਾਲੋਂ ਵੱਡਾ ਅਸੀਂ ਧਰਮ ਮੰਨਦੇ ਹਾਂ, ਦੀਨ ਮੰਨਦੇ ਹਾਂ। ਹਿੰਦੂਆਂ ਨੇ ਆਖਿਆ ਅਸੀਂ ਆਟੇ ਦੀ ਗਊ ਬਣਾ ਕੇ ਰੱਖੀ ਤੇ ਅਸੀਂ ਇਹਦੀ ਸਹੁੰ ਖਾਂਦੇ ਹਾਂ। ਮੁਸਲਮਾਨ ਕਹਿਣ ਲੱਗੇ ਵੀ ਅਸੀਂ ਆ ਕੁਰਾਨ ਸ਼ਰੀਫ ਦੀ ਸਹੁੰ ਖਾਂਦੇ ਹਾਂ, ਵੀ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਵੀ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਇੱਕ ਵਾਰ ਤੁਸੀਂ ਚਲੇ ਜਾਓ। ਤੇ ਸਾਧ ਸੰਗਤ ਇੱਥੇ ਕਈ ਆਖ ਦਿੰਦੇ ਨੇ ਸਾਡੇ ਪ੍ਰਚਾਰਕ ਵੀ, ਕਿਤੇ ਬਾਹ ਤੇਲ ਨਾਲ ਲਵੇੜ ਕੇ ਜਿੰਨੇ ਉਹਨੂੰ ਤਿਲ ਲੱਗ ਜਾਣ ਵੀ ਓਨੀਆਂ ਸੌਹਾਂ ਵੀ ਇਹ ਮੁਸਲਮਾਨ ਖਾਣ
ਤੇ ਉਹਨਾਂ ਦਾ ਵਿਸ਼ਵਾਸ ਨਾ ਕੀਤਾ ਜਾਏ। ਸਾਧ ਸੰਗਤ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਐਸੇ ਮੁਸਲਮਾਨ ਵੀ ਹੋਏ ਨੇ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇੰਨਾ ਸਾਥ ਦਿੱਤਾ। ਵੇਖਦੇ ਆ ਭੱਠਾ ਸਾਹਿਬ ਜਾਂਦੇ ਆ, ਨਿਹੰਗ ਖਾਂ ਉਹ ਭੱਠੇ ਦਾ ਮਾਲਕ, ਕੋਟਲਾ ਨਿਹੰਗ ਖਾਂ, ਉਹ ਕੋਟਲਾ ਉਹਦਾ ਨਗਰ ਸੀ, ਨਿਹੰਗ ਖਾਂ ਉਹਦਾ ਨਾਮ ਸੀ, ਜਿਹੜਾ ਨਾਮ ਪਿਆ ਕੋਟਲਾ ਨਿਹੰਗ ਖਾਂ। ਤੇ ਸਾਧ ਸੰਗਤ ਵਿਪਦਾ ਦਾ ਸਮਾਂ ਸੀ ਇੰਨਾ, ਮਹਾਰਾਜ ਜੀ ਨੂੰ ਦਰਸ਼ਨ ਦੇਣ ਵਾਸਤੇ ਉਸ ਜਦੋਂ ਭੱਠੇ ਤੇ ਗਏ ਨਾ, ਉਹ ਭੱਠਾ ਸ਼ਾਂਤ ਹੋ ਗਿਆ, ਠੰਡਾ ਹੋ ਗਿਆ। ਉਹਦੇ ਅਹਿਲਕਾਰ ਭੱਜ ਕੇ ਗਏ ਉਹਦੇ ਘਰ, ਕਹਿਣ ਲੱਗੇ ਨਿਹੰਗ ਖਾਂ ਸਾਹਿਬ ਜੀ, ਤੁਹਾਡੇ ਭੱਠੇ ਦੇ ਕੋਈ ਫਕੀਰ ਆਇਆ ਜਿਹਨੇ ਤੁਹਾਡਾ ਪੱਠਾ ਠੰਡਾ ਕਰ ਦਿੱਤਾ ਹੈ। ਮਹਾਰਾਜ ਜੀ ਨੂੰ ਬੜੇ ਲੰਬੇ ਸਮੇਂ ਤੋਂ ਉਹ ਯਾਦ ਕਰਦਾ ਹੁੰਦਾ ਸੀ, ਮਹਾਰਾਜ ਇੰਨਾ ਵਿਪਤਾ ਦਾ ਸਮਾਂ, ਆਪ ਜੀ ਦੇ ਦਰਸ਼ਨ ਨਹੀਂ ਹੋਏ, ਕਿਰਪਾ ਕਰਕੇ ਦਰਸ਼ਨ ਦੇਵੋ। ਮਨ ਵਿੱਚ ਆਇਆ, ਉਹ ਕਹਿਣ ਲੱਗਿਆ ਬਈ ਉਹ ਅੱਲਾ ਦਾ ਪਿਆਰਾ ਨਹੀਂ, ਉਹ ਤਾਂ ਆਪ ਅੱਲਾ। ਨਿਹੰਗ ਖਾਂ ਕਹਿਣ ਲੱਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹ ਆਪ ਅੱਲਾ ਆਇਆ ਹੈ। ਨਿਹੰਗ ਖਾਂ ਕਹਿਣ ਲੱਗਿਆ ਦਰਸ਼ਨ ਦੇਣ ਵਾਸਤੇ ਆਇਆ। ਇੰਨੇ ਪਿਆਰ ਵਾਲੇ ਵੀ ਭਾਵ ਮੁਸਲਮਾਨ ਵੀਰ ਹੋਏ ਨੇ। ਆਪਣੇ ਨਗਰ ਵਿੱਚ ਹੀ ਵੇਖ ਲਓ, ਜਦੋਂ ਵੀ ਕੋਈ ਪ੍ਰੋਗਰਾਮ ਸਮਾਗਮ ਹੁੰਦਾ, ਨਗਰ ਕੀਰਤਨ ਹੋਵੇ, ਕੋਈ ਵੀ ਸਮਾਂ ਹੋਵੇ, ਜਾਂ ਆਨੰਦਪੁਰ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਆਉਂਦਾ ਹੈ ਬਾਬਾ ਜੋਰਾ ਸਿੰਘ ਜੀ ਵੱਲੋਂ, ਉਦੋਂ ਵੀ ਵੇਖ ਲਓ ਆਪਣੇ ਮੁਸਲਮਾਨ ਵੀਰ ਮਸੀਤ ਵੱਲੋਂ ਕਿੰਨਾ ਸਤਿਕਾਰ ਕਰਦੇ ਨੇ ਮਹਾਰਾਜ ਜੀਆਂ ਦਾ। ਭਾਵ ਕਿ ਸਾਰੇ ਇੱਕੋ ਜਿਹੇ ਨਹੀਂ। ਇਹ ਗੱਲ ਕਹਿਣੀ ਕੁਝ ਠੀਕ ਨਹੀਂ ਵੀ ਜਿੰਨੇ ਤਿਲ ਹੋਣ ਵੀ ਉਨੀਆਂ ਸੌਆਂ ਖਾਣ। ਭਾਵ ਕਿ ਦਿਲੋਂ ਵੀ ਸਾਥ ਉਹ ਵੀ ਮੁਸਲਮਾਨ ਸੀ। ਜਿਸ ਵੇਲੇ ਉੱਚਦੇ ਪੀਰ ਬਣ ਕੇ ਮਹਾਰਾਜਿਆਂ ਦੇ ਪੀੜੇ ਤੇ ਲੱਗੇ ਹੋਏ ਨੇ ਗਨੀ ਖਾਂ ਤੇ ਨਬੀ ਖਾਂ, ਉਹ ਵੀ ਮੁਸਲਮਾਨ ਵੀਰ ਹੀ ਸੀ। ਤੇ ਸਾਧ ਸੰਗਤ ਹੁਣ ਜਾ ਕੇ ਜਦੋਂ ਹੁਣ ਪਹਾੜੀ ਰਾਜਿਆਂ ਵੱਲੋਂ ਇਹ ਮੰਗ ਰੱਖੀ ਗਈ, ਤੁਸੀਂ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਮਹਾਰਾਜ ਜੀ ਕਹਿਣ ਲੱਗੇ ਵੀ ਸਾਨੂੰ ਪਤਾ ਤਾਂ ਸਾਰਾ ਕੁਝ ਹੀ ਹੈ, ਚਲੋ ਜਿਵੇਂ ਮਹਾਰਾਜ ਦੀ ਰਜ਼ਾ ਵਿੱਚ, ਚਲੋ ਠੀਕ ਹੈ, ਅਸੀਂ ਅੱਧੀ ਰਾਤ ਆਨੰਦਗੜ੍ਹ ਦਾ ਕਿਲਾ ਖਾਲੀ ਕਰਾਂਗੇ। ਅੱਧੀ ਰਾਤ ਦੇ ਹੁੰਦਿਆਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਨੰਦਗੜ੍ਹ ਦਾ ਕਿਲਾ ਖਾਲੀ ਕੀਤਾ। ਆਪਣੇ ਚਾਰੇ ਪੁੱਤਰਾਂ ਨੂੰ ਗਲਵਕੜੀ ਵਿੱਚ ਲਿਆ। ਲੈ ਪੁੱਤਰੋ, ਪਤਾ ਸੀ ਮਹਾਰਾਜਿਆਂ ਨੂੰ ਵੀ ਅੱਜ ਦੇ ਵਿਛੜਿਆਂ ਨੇ ਪਤਾ ਨਹੀਂ ਕਦੋਂ ਮਿਲਾਪ ਹੋਣਾ ਹੈ। ਅੱਜ ਇਕੱਠੇ ਨੇ, ਅੱਜ ਸਾਰਾ ਪਰਿਵਾਰ ਇਕੱਠਾ ਹੈ। ਆਨੰਦਪੁਰ ਦੀ ਜਦੋਂ ਕਿਲੇ ਨੂੰ ਛੱਡ ਕੇ ਮਹਾਰਾਜ ਜੀ ਤੁਰਨ ਲੱਗੇ ਨੇ, ਮਹਾਰਾਜ ਜੀ ਆਨੰਦਪੁਰ ਨੂੰ ਬਖਾਵਤ ਕਰਕੇ ਕੁਝ ਐਸੇ ਬਚਨ ਆਖਦੇ ਨੇ, ਪੜੋ ਪ੍ਰੇਮ ਨਾਲ। ਤੂੰ ਜੁਗ ਜੁਗ ਵਸਦੀ ਰਹਿ, ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ, ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ, ਅਸੀਂ ਮੁੜ ਨਹੀਂ ਆਉਣਾ। ਤੇਰੀ ਜੋ ਵਿੱਚ ਪੁਰੀਏ ਨੀ, ਮੁੜ ਪੈਰ ਨਹੀਂ ਪਾਉਣਾ। ਤੇਰੀ ਜੋ ਵਿੱਚ ਪੁਰੀਏ ਨੀ, ਮੁੜ ਪੈਰ ਨਹੀਂ ਪਾਉਣਾ। ਤੇਰੀ ਜੋ ਵਿੱਚ ਪੁਰੀਏ ਨੀ, ਮੁੜ ਪੈਰ ਨਹੀਂ ਪਾਉਣਾ। ਤੇਰੀ ਜੋ ਵਿੱਚ ਪੁਰੀਏ ਨੀ, ਮੁੜ ਪੈਰ ਨਹੀਂ ਪਾਉਣਾ। ਤੂੰ ਜੁਗ ਜੁਗ ਵਸਦੀ ਰਹਿ, ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ, ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ, ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ, ਅਸੀਂ ਮੁੜ ਨਹੀਂ ਆਉਣਾ। ਮੇਰੇ ਪੂਜਣ ਜੋਗ ਪਿਤਾ ਤੈਨੂੰ ਭਾਗ ਲਗਾਏ। ਮੇਰੇ ਪੂਜਣ ਜੋਗ ਪਿਤਾ ਤੈਨੂੰ ਭਾਗ ਲਗਾਏ। ਮੇਰੇ ਪੂਜਣ ਜੋਗ ਪਿਤਾ ਤੈਨੂੰ ਭਾਗ ਲਗਾਏ। ਮੇਰੇ ਪੂਜਣ ਜੋਗ ਪਿਤਾ
ਤੈਨੂੰ ਭਾਗ ਲਗਾਏ। ਤੈਨੂੰ ਵਸਦੀ ਕਰਿਆ ਹੈ ਆ ਚਰਨ ਸੁਹਾਏ। ਤੈਨੂੰ ਵਸਦੀ ਕਰਿਆ ਹੈ ਆ ਚਰਨ ਸੁਹਾਏ। ਤੈਨੂੰ ਵਸਦੀ ਕਰਿਆ ਹੈ ਆ ਚਰਨ ਸੁਹਾਏ। ਤੈਨੂੰ ਵਸਦੀ ਕਰਿਆ ਹੈ ਚਰਨ ਸੁਹਾਏ। ਤੂੰ ਵੀ ਮਨਜ਼ੂਰ ਕਰੀ, ਤੂੰ ਵੀ ਮਨਜ਼ੂਰ ਕਰੀ ਮੇਰਾ ਸੀਸ ਝੁਕਾਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਜੜ ਹੱਦ ਹਕੂਮਤ ਦੀ ਉਸ ਵੇਲੇ ਹਿੱਲੀ। ਜੜ ਹੱਦ ਹਕੂਮਤ ਦੀ ਉਸ ਵੇਲੇ ਹਿੱਲੀ। ਜੜ ਜਦ ਹਕੂਮਤ ਦੀ ਉਸ ਵੇਲੇ ਹਿਲੇ। ਜੜ ਜਦ ਹਕੂਮਤ ਦੀ ਉਸ ਵੇਲੇ ਹਿਲੇ। ਜੰਜੂਆਂ ਦੀ ਰਾਖੀ ਲਈ ਬਾਪੂ ਗਏ ਦਿੱਲੀ। ਜੰਜੂਆਂ ਦੀ ਰਾਖੀ ਲਈ ਬਾਪੂ ਗਏ ਦਿੱਲੀ। ਜੰਜੂਆਂ ਦੀ ਰਾਖੀ ਲਈ ਬਾਪੂ ਗਏ ਦਿੱਲੀ। ਜੰਜੂਆਂ ਦੇ ਰਾਖੇ ਲੈ ਬਾਪੂ ਗਏ ਦਿੱਲੀ। ਵਿੱਚ ਚੌਗ ਚਾਂਦਣੀ ਦੇ ਪੈ ਗਿਆ ਖੂਨ ਵਹਾਉਣਾ। ਵਿੱਚ ਚੌਗ ਚਾਂਦਣੀ ਦੇ ਪੈ ਗਿਆ ਖੂਨ ਵਹਾਉਣਾ। ਖੂਨ ਵਹਾਉਣਾ, ਖੂਨ ਵਹਾਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੇਰੀ ਗੋਦ ਵਿੱਚ ਖੇਲੇ ਨੀ ਮੇਰੇ ਪੁੱਤਰ ਚਾਰੇ। ਤੇਰੀ ਗੋਦ ਵਿੱਚ ਖੇਲੇ ਨੀ ਮੇਰੇ ਪੁੱਤਰ ਚਾਰੇ। ਤੇਰੀ ਗੋਦ ਵਿੱਚ ਖੇਲੇ ਨੇ ਮੇਰੇ ਪੁੱਤਰ ਚਾਰੇ। ਤੇਰੀ ਗੋਦ ਵਿੱਚ ਖੇਲੇ ਨੀ ਮੇਰੇ ਪੁੱਤਰ ਚਾਰੇ। ਚੱਲੇ ਪਰਿਵਾਰ ਸਣੇ ਬਿਪਤਾ ਦੇ ਮਾਰੇ। 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 ਤੂੰ ਵੀ ਹੁਣ ਪੁਰੀਆ ਨੀ, ਤੂੰ ਵੀ ਹੁਣ ਪੁਰੀਆ ਨੀ। ਨਹੀਂ ਲਾੜ ਲਡਾਉਣਾ, ਲਾੜ ਲਡਾਉਣਾ, ਲਾੜ ਲਡਾਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਤੂੰ ਜੁਗ ਜੁਗ ਵਸਦੀ ਰਹਿ ਅਸੀਂ ਮੁੜ ਨਹੀਂ ਆਉਣਾ। ਹਾਂ ਮਹਾਰਾਜ ਕਹਿਣ ਲੱਗੇ ਆਨੰਦਪੁਰੀਏ ਜੁਗਾ ਜੁਗਾ ਤੱਕ ਵਾਸੀ ਰਹਿ ਪਰ ਅੱਜ ਚੱਲੇ ਆ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਵਾਪਸ ਕਦੇ ਪੈਰ ਨਹੀਂ ਪਾਉਣਾ। ਐਸਾ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਸਤਪੋ ਦੀ ਰਾਤ ਜਿਹੜੀ ਆ ਰਹੀ ਹੈ ਅੱਗੇ ਰਾਤ ਨੂੰ ਆਨੰਦਗੜ੍ਹ ਦਾ ਕਿਲਾ ਖਾਲੀ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਤੁਰੇ ਜਾ ਰਹੇ ਨੇ ਤੇ ਸਾਧ ਸੰਗਤ ਇਸ ਸਮੇਂ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਪਰਿਵਾਰ ਤੇ ਸਿੰਘਾਂ ਦੇ ਪਿੱਛੋਂ ਦੀ ਉਹੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਜਿਵੇਂ ਹੋਇਆ ਸੀ ਇਹਨਾਂ ਦਾ ਕੁਝ ਨਹੀਂ ਪਤਾ ਕਿਵੇਂ ਨੀਤੀਆਂ ਕਰ ਰਹੇ ਨੇ। ਤੇ ਸਾਧ ਸੰਗ ਐਸਾ
ਕਮਸਾਨ ਦਾ ਯੁੱਗ ਉਹ ਸਰਸਾ ਦੇ ਕੰਢਿਆਂ ਤੇ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ। ਐਸਾ ਸਮਾਂ ਉਧਰੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲਾ ਹੋਇਆ। ਮਹਾਰਾਜ ਕਹਿਣ ਲੱਗੇ ਸਿੰਘੋ ਭੁੱਖ ਲੱਗੀ ਹੈ। ਮਹਾਰਾਜ ਸਿੰਘ ਕਹਿਣ ਲੱਗੇ ਮਹਾਰਾਜ ਜੀ ਇਸ ਸਮੇਂ ਤੁਸੀਂ ਕੀ ਛਕਣ ਵਾਸਤੇ ਚਾਹੁੰਦੇ ਹੋ? ਸਿੰਘੋ ਸਾਨੂੰ ਉਹ ਭੁੱਖ ਨਹੀਂ ਲੱਗੀ, ਸਾਨੂੰ ਆਸਾ ਜੀ ਦੇ ਵਾਰ ਦੀ ਕੀਰਤਨ ਆਨੰਦਪੁਰ ਸਾਹਿਬ ਰਹਿੰਦੇ ਸੀ, ਅੰਮ੍ਰਿਤ ਵੇਲੇ ਇਸ ਸਮੇਂ ਆਸਾ ਜੀ ਦੇ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਸੀ। ਸਾਨੂੰ ਆਸਾ ਜੀ ਦੇ ਵਾਰ ਦੀ ਕੀਰਤਨ ਦੀ ਭੁੱਖ ਲੱਗੀ ਹੈ, ਆਰੰਭ ਕਰੋ। ਭਾਵ ਜੀ ਸਾਨੂੰ ਸਿਖਾ ਦਿੱਤਾ ਵੀ ਕਿੰਨਾ ਵੀ ਮਾੜਾ ਸਮਾਂ ਆ ਜਾਵੇ ਕਿਤੇ ਨਿਤਨੇਮ ਨਾ ਛੱਡਿਓ ਆਪਣਾ। ਭਾਵ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਨੂੰ ਇਹ ਸਾਰੇ ਪੂਰਨੇ ਪਾ ਕੇ ਸਿਖਾਇਆ। ਕੀ ਨਹੀਂ ਸੀ ਕਰ ਸਕਦੇ ਸ੍ਰਿਸ਼ਟੀ ਦੇ, ਕੀ ਨਹੀਂ ਸੀ ਕਰ ਸਕਦੇ ਮਹਾਰਾਜ, ਇਹ ਸਾਰੀ ਮਹਾਰਾਜ ਨੇ ਆਪੇ ਬਣਤ ਬਣਾਈ ਹੋਈ ਸੀ। ਉਹ ਰਜਾ ਦੇ ਵਿੱਚ ਜਾ ਰਹੇ ਸਨ, ਸਾਨੂੰ ਸਿਖਾ ਰਹੇ ਸਨ, ਕੱਲੀ ਕੱਲੀ ਚੀਜ਼ ਵਿੱਚੋਂ ਮਹਾਰਾਜ ਜੀ ਸਾਨੂੰ ਸਿਖਾਉਂਦੇ ਸੀ। ਇਸ ਸਮੇਂ ਸਾਧ ਸੰਗਤ ਇੰਨਾ ਕਮਸਾਨ ਦਾ ਯੁੱਗ ਹੋਇਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਸਾਰਾ ਪਰਿਵਾਰ ਉਸ ਸਰਸਾ ਦੇ ਕੰਢਿਆਂ ਤੇ, ਇੱਕ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੇ ਸਾਧ ਸੰਗਤ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਵੈਰੀ ਦਲ ਦੇ ਮੁਕਾਬਲੇ ਰੋਕ ਰਹੇ ਨੇ। ਉਸ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਪਰਿਵਾਰ ਕਿਵੇਂ ਖੇਰੂ ਖੇਰੂ ਹੋਇਆ। ਇੱਕ ਪਾਸੇ ਮਹਾਰਾਜ ਜੀਆਂ ਦੇ ਮਾਤਾ ਗੁਜਰ ਕੌਰ, ਕੁਝ ਸਿੰਘ ਉਹ ਸਰਸਾ ਨੂੰ ਪਾਰ ਕਰ ਜਾਂਦੇ ਨੇ, ਕੁਝ ਖਜ਼ਾਨਾ ਮਹਾਰਾਜ ਜੀ ਨੇ ਉੱਥੇ ਰੋੜ ਦਿੱਤਾ ਹੈ। ਤੇ ਸਾਧ ਸੰਗਤ ਕਿਵੇਂ ਖੇਰੂ ਖੇਰੂ ਪਰਿਵਾਰ ਹੋਇਆ ਮਹਾਰਾਜ ਜੀਆਂ ਦਾ। ਸਰਸਾ ਨਦੀ ਤੇ ਵਿਛੋੜੇ ਪੈ ਗਏ ਗੁਰੂ ਦਿਆਂ ਲਾਲਾਂ ਦੇ। ਸਰਸਾ ਨਦੀ ਤੇ ਵਿਛੋੜੇ ਪੈ ਗਏ ਗੁਰੂ ਦਿਆਂ ਲਾਲਾਂ ਦੇ। ਨਦੀ ਤੇ ਵਿਛੋੜੇ ਪੈ ਗਏ ਗੁਰੂ ਦਿਆਂ ਲਾਲਾਂ ਦੇ। ਨਦੀ ਤੇ ਵਿਛੋੜੇ ਪੈ ਗਏ ਗੁਰੂ ਦੇ ਲਾਲਾਂ ਦੇ। ਸਰਸਾ ਨਦੀ ਤੇ ਵਿਛੋੜੇ ਪੈ ਗਏ ਗੁਰੂ ਦੇ ਲਾਲਾਂ ਦੇ। ਸਰਸਾ ਨਦੀ ਤੇ ਵਿਛੋੜੇ ਪੈ ਗਏ ਗੁਰੂ ਦੇ ਲਾਲਾਂ ਦੇ। ਗੁਰਾਂ ਕਿਸ ਤਰ੍ਹਾਂ ਸਿਰ ਤੋਂ ਪਾਰ ਲਾਇਆ, ਹਾਂਜੀ ਪਾਰ ਲਾਇਆ ਜੋੜਾ, ਕਿਸੇ ਪਾਸੇ ਘੋੜਾ ਕਿਸੇ ਪਾਸੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਕੋਈ ਕਵੀ ਲਿਖਦਾ ਮਹਾਰਾਜ ਜੀ ਨੇ ਕਿਵੇਂ ਕਰਜ਼ੇ ਉਤਾਰੇ ਆਪਣੇ ਸਿਰ ਤੋਂ। ਐਸਾ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ, ਜੋੜਾ ਕਿਤੇ ਹੈ ਘੋੜਾ ਕਿਤੇ ਹੈ। ਕਾਲੀ ਰਾਤ ਅੰਦਰ ਤੁਰਿਆ ਜਾਂਦਿਆਂ ਦਾ ਜੋੜਾ, ਕਿਸੇ ਪਾਸੇ ਘੋੜਾ ਕਿਸੇ ਪਾਸੇ। ਤੁਰਕਾਂ ਛੇੜ ਦਿੱਤਾ ਜੰਗ ਰਾਤ ਵੇਲੇ, ਹਾਂਜੀ ਰਾਤ ਵੇਲੇ ਤੋਰਾ, ਕਿਸੇ ਪਾਸੇ ਮੋੜਾ ਕਿਸੇ ਪਾਸੇ। ਕੋਈ ਕਵੀ ਲਿਖਦਾ ਵੀ ਉਹ ਤੁਰਕਾਂ ਨੇ ਕਿਵੇਂ ਰਾਤ ਨੂੰ ਉਹ ਜੰਗ ਤਿਆਰ ਕਰ ਦਿੱਤਾ ਹੈ। ਮਹਾਰਾਜ ਜੀ ਜਾ ਇੰਨਾ ਹਨੇਰਾ ਹੈ, ਪਰਿਵਾਰ ਮਹਾਰਾਜ ਜੀ ਦਾ ਖੇਰੂ ਖੇਰੂ ਹੋਇਆ ਹੈ। ਸਬਰ ਸੋਹਣੇ ਸੁਨੱਖਿਆਂ ਬੱਚਿਆਂ ਦਾ, ਹਾਂਜੀ ਬੱਚਿਆਂ ਦਾ ਜੋੜਾ, ਕਿਸੇ ਪਾਸੇ ਜੋੜਾ ਕਿਸੇ ਪਾਸੇ। ਨਦੀ ਤੇ ਵਿਛੋੜੇ ਪੈ ਗਏ ਗੁਰੂ ਦਿਆਂ ਲਾਲਾਂ ਦੇ। ਸਰਸਾ ਨਦੀ ਤੇ ਵਿਛੋੜੇ ਪੈ ਗਏ ਗੁਰੂ ਦਿਆਂ ਲਾਲਾਂ ਦੇ। ਨਦੀ ਤੇ ਵਿਛੋੜੇ ਪੈ ਗੁਰੂ ਦੇ ਲਾਲਾਂ ਦੇ। ਸਰਸਾ ਨਦੀ ਤੇ ਵਿਛੋੜੇ ਪੈ
ਛਿੜਿਆ ਜੰਗ ਜਰਸਾ ਦੇ ਕੰਢਿਆਂ ਤੇ, ਦੋਹਾਂ ਪਾਸਿਓਂ ਬੜਾ ਕਮਸਾਨ ਦਾ ਏ। ਉਤੋਂ ਰਾਤ ਕਾਲੀ ਰੂਪ ਡੈਣ ਦਾ ਸੀ, ਉਤੋਂ ਜੰਗ ਦਿਸੇ ਰੂਪ ਕਾਲ ਦਾ ਏ। ਸਾਧ ਸੰਗਤ ਐਸਾ ਸਮਾਂ, ਇੱਕ ਤਾਂ ਰਾਤ ਡਰਾਵਣੀ ਹੈ। ਇੰਨਾ ਕਮਸਾਨ ਦਾ ਯੁੱਧ ਹੋਇਆ ਸਰਸਾ ਦੇ ਕੰਢਿਆਂ ਤੇ। ਮਹਾਰਾਜ ਜੀਆਂ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ, ਭਾਈ ਮਨੀ ਸਿੰਘ ਜੀ, ਕੁਝ ਸਿੰਘ ਤੇ ਸਾਧ ਸੰਗਤ ਉਹ ਦਿੱਲੀ ਵੱਲ ਜਵਾਹਰ ਸਿੰਘ ਦੇ ਘਰ ਜਾਂਦੇ ਰਹੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ, 5 ਪਿਆਰੇ ਹੋਰ ਸਿੰਘ ਇਹ ਚਮਕੌਰ ਦੀ ਗੜੀ ਵੱਲ ਨੂੰ ਕਦਮ ਵਧਾ ਰਹੇ ਨੇ। ਇੱਧਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਇਹ ਵੀ ਸਰਸਾ ਨੂੰ ਪਾਰ ਕਰ ਜਾਂਦੇ ਨੇ। ਸਾਹਮਣੇ ਵੇਖਦੇ ਆ ਕੋਈ ਨਿਸ਼ਾਨਾ ਨਹੀਂ, ਕੋਈ ਟਾਰਗੇਟ ਨਹੀਂ ਵੀ ਪਹੁੰਚਣਾ ਕਿੱਥੇ ਹੈ। ਪਹਾੜੀ ਰਸਤੇ ਹੁੰਦੇ ਤੁਰੇ ਜਾ ਰਹੇ ਨੇ। ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ। ਇੱਧਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੇ ਭਾਈ ਦਇਆ ਸਿੰਘ ਜੀ ਹੋਰ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਵੱਲ ਵਧ ਰਹੇ ਨੇ। ਜਾ ਕੇ ਵੇਖਿਆ ਇਹ 2 ਸਕੇ ਭਰਾਵਾਂ ਦੀ ਹਵੇਲੀ ਸੀ, ਸੇਠਾਂ ਦੀ ਹਵੇਲੀ ਸੀ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਵੀ ਭਾਈ ਆ ਸਾਨੂੰ ਜਿਹੜੀ ਹਵੇਲੀ ਹੈ ਕੁਝ ਸਮੇਂ ਲਈ ਸਾਨੂੰ ਦੇ ਦਿਓ। ਗੁਰੂ ਕਲਗੀਧਰ ਪਾਤਸ਼ਾਹ ਮਾ ਸਾਡੇ ਪਿੱਛੇ ਵੈਰੀ ਦਲ ਮੁਕਾਬਲਾ ਲੱਗਿਆ ਹੋਇਆ ਹੈ, ਸਾਨੂੰ ਇਉਂ ਕਰੋ ਕੁਝ ਸਮੇਂ ਲਈ ਇਹ ਹਵੇਲੀ ਜਿਹੜੀ ਸਾਨੂੰ ਦੇ ਦਿਓ। ਉਹ ਕਹਿਣ ਲੱਗੇ ਵੀ ਤੁਸੀਂ ਆਪ ਤਾਂ ਵਿਪਤਾ ਵਿੱਚ ਬੜੇ ਫਸੇ ਹੀ ਹੋਏ ਹੋ, ਆਪ ਤਾਂ ਉਜੜੇ ਹੀ ਹੋਏ ਹੋ, ਸਾਨੂੰ ਕਾਹਨੂੰ ਉਜਾੜਨਾ ਹੈ। ਕਹਿਣ ਲੱਗੇ ਮਹਾਰਾਜ, ਭਾਈ ਦਇਆ ਸਿੰਘ ਕਹਿਣ ਲੱਗੇ, ਉਹ ਮੂਰਖਾ, ਤੂੰ ਇਹ ਕੱਚੀ ਹਵੇਲੀ ਦੇ ਮਾਣ ਕਰਦਾ, ਤੂੰ ਕਿਹੋ ਜੀ ਆਪਣੀ ਮਾਨਸਿਕ ਬਿਰਤੀ ਲਈ ਬੈਠਾ ਹੈ। ਮਹਾਰਾਜ ਤਾਂ ਜਿੱਥੇ ਜਾਂਦੇ ਨੇ ਉਜਾੜਦੇ ਨਹੀਂ, ਵਸਾ ਦਿੰਦੇ ਨੇ। ਉਹ ਤਾਂ ਆਪਣੇ ਇਹਨੇ ਵੱਡੇ ਮਹਿਲਾਂ ਨੂੰ ਛੱਡ ਕੇ ਆਏ ਨੇ। ਕਾਹਦਾ ਕੱਚੀ ਗੜੀ ਦਾ ਹਵਾਲਾ ਮਾਣ ਕਰਦਾ ਹੈ? ਕਾਹਦਾ ਮਾਣ ਕਰੇ ਨੈ ਮੂਰਖ, ਆਖਰ ਹੱਥ ਸਭ ਝਾੜ ਚਲੇ। ਕਾਹਦਾ ਮਾਣ ਕਰੇ ਨੈ ਮੂਰਖ, ਆਖਰ ਹੱਥ ਸਭ ਝਾੜ ਚਲੇ। ਹਾਂ ਛੋੜ ਛੋੜ ਕੇ ਤੁਰ ਗਈ ਸਗਲੀ, ਸਾਧੂ ਸੰਤ ਪੁਕਾਰ ਚਲੇ। ਹਾਂ ਨਾਮ ਜਿਨ੍ਹਾਂ ਦਾ ਜਪਦੀ ਖਾਲਕਤ, ਉਹ ਰਾਮ ਕ੍ਰਿਸ਼ਨ ਅਵਤਾਰ ਚਲੇ। ਉਹ ਕੱਚੀ ਗੜੀ ਦਾ ਮਾਣ ਕਰਦਾ ਹੈ। ਇੱਥੋਂ ਵੱਡੇ ਵੱਡੇ ਹੋ ਕੇ ਮਹਿਲ ਮੁਨਾਰੇ ਛੱਡ ਕੇ ਚਲੇ ਗਏ ਨੇ। ਆ ਕੁਝ ਸਮੇਂ ਬਾਅਦ ਆ ਕੱਚੀ ਗੜੀ ਸਾਨੂੰ ਦੇ ਦੇ। ਕਾਹਦਾ ਮਾਣ ਕਰੇ ਨੈ ਮੂਰਖ, ਆਖਰ ਹੱਥ ਸਭ ਝਾੜ ਚਲੇ। ਛੋੜ ਛੋੜ ਕੇ ਤੁਰ ਗਈ ਸਗਲੀ, ਉਹ ਸਾਧੂ ਸੰਤ ਪੁਕਾਰ ਚਲੇ। ਨਾਮ ਜਿਨ੍ਹਾਂ ਦਾ ਜਪਦੀ ਖਾਲਕਤ, ਉਹ ਰਾਮ ਕ੍ਰਿਸ਼ਨ ਅਵਤਾਰ ਚਲੇ। ਇੱਕ ਪਲ ਦੇਣ ਵਿਛੋੜਾ ਨਹੀਂ, ਉਹ ਪੀ ਪਿਆਰੇ ਯਾਰ ਚਲੇ। ਹਾਂ ਨਬਜ ਹਕੀਮਾਂ ਦੇ ਹੱਥ ਰਹਿ ਗਈ, ਉਹ ਨਬਜ ਹਕੀਮਾਂ ਦੇ ਹੱਥ ਰਹਿ ਗਈ। ਪਿਆਰੇ ਛੱਡ ਪਿਆਰ ਚਲੇ। ਉਹ ਕਾਹਦਾ ਮਾਣ ਕਰਦਾ ਹੈ? ਆ ਕੱਚੀ ਗੜੀ ਦਾ ਮਾਣ ਕਰਦਾ, ਹਵੇਲੀ ਦਾ ਮਾਣ ਕਰਦਾ ਹੈ। ਵੱਡੇ ਵੱਡੇ ਹੋ ਕੇ ਸੰਸਾਰ ਤੋਂ ਚਲੇ ਗਏ। ਇੱਕ ਮਨਮੁਖ ਸੀ, ਗੁਰਮੁਖ ਸੀ। ਗੁਰਮੁਖ ਕਹਿਣ ਲੱਗਿਆ, ਜਾਓ ਮਹਾਰਾਜ ਆਪ ਜੀ ਚਲੋ ਅੰਦਰ ਗੜੀ ਦੇ ਆਪਣਾ ਮੋਰਚਾ ਸੰਭਾਲ ਲਓ। ਤੇ ਸਾਧ ਸੰਗਤ ਫਿਰ ਉਸ ਰਾਤ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੱਚੀ ਗੜੀ ਦੇ ਅੰਦਰ ਆਪਣੇ ਸਿੰਘਾਂ ਨੂੰ ਕਹਿੰਦੇ ਨੇ, ਸਿੱਖੋ ਇਉਂ ਕਰੋ, ਤੁਸੀਂ ਆਰਾਮ ਕਰੋ, ਆਰਾਮ ਨਾਲ ਆਰਾਮ ਕਰੋ। ਅੱਜ ਸਾਰੀ ਰਾਤ
ਕਿਉਂ ਪਤਾ ਸੀ ਮਹਾਰਾਜ ਜੀ ਨਾ ਰਾਤ ਨੂੰ ਜਦੋਂ ਸਿੰਘ ਕਹਿਣ ਲੱਗੇ ਭਾਈ ਦਇਆ ਸਿੰਘ ਮਹਾਰਾਜ ਇਹ ਕੋਈ ਆਰਾਮ ਕਰਨ ਦਾ ਸਮਾਂ ਹੈ, ਅੱਜ ਤਾਂ ਐਸਾ ਹੈ ਪਹਿਲੀ ਵਾਰ ਵੇਖਿਆ ਵੀ ਗੁਰੂ ਕਹੇ ਵੀ ਮੈਂ ਪਹਿਰਾ ਦਿਨਾ ਤੇ ਸਿੱਖ ਆਰਾਮ ਕਰਨ, ਇਹ ਤਾਂ ਪਹਿਲੀ ਵਾਰ ਹੋਇਆ ਹੈ। ਤੇ ਸਾਧ ਸੰਗਤ ਫਿਰ ਉਸ ਸਮੇਂ ਸਾਰੀ ਰਾਤ ਸਿੱਖ ਕੋਈ ਢਾਲ ਦਾ ਢਾਸਣਾ ਲਾਈ ਪਿਆ ਹੈ, ਕੋਈ ਕੱਚੀ ਗੜੀ ਦੀ ਦੀਵਾਰ ਨਾਲ ਢਾਸਣਾ ਲਾਈ ਪਿਆ ਹੈ, ਤੇ ਮਹਾਰਾਜ ਸਾਰੀ ਰਾਤ ਕੋਈ ਕਿਸੇ ਦਾ ਮੱਥਾ ਚੁੰਮਦੇ ਨੇ, ਕਿਸੇ ਦੇ ਪੈਰ ਚੁੰਮਦੇ ਨੇ। ਕਿਉਂ ਪਤਾ ਹੈ ਜਿਹੜਾ ਪੰਘੂੜਾ ਸੀ ਨਾ ਉਹ ਸਿੱਖਾਂ ਦਾ ਪਾਉਂਟਾ ਸਾਹਿਬ ਜਿੱਥੇ ਇਹ ਖਾਲਸਾ ਪੈਦਾ ਹੋਇਆ ਹੈ, ਤੇ ਆਨੰਦਪੁਰ ਸਾਹਿਬ ਪਾਠਸ਼ਾਲਾ ਸਕੂਲ ਜਿੱਥੇ ਖਾਲਸਾ ਵੱਡਾ ਹੋਇਆ ਹੈ। ਸਿੱਖੋ ਇਹ ਤਾਂ ਅੰਮ੍ਰਿਤ ਵੇਲੇ ਪਤਾ ਲੱਗਣਾ ਹੈ ਕਿਹੜਾ ਸਿੱਖ ਇਸ ਪੂਰੇ ਨੰਬਰ ਲੈ ਕੇ ਪਾਸ ਹੁੰਦਾ ਹੈ। ਸਿੱਖ ਵੀ ਬੜੇ ਪਿਆਰ ਨਾਲ ਆਖਦੇ ਨੇ ਮਹਾਰਾਜ ਅਸੀਂ ਤੇਰੇ ਚਰਨਾਂ ਦੇ ਦਾਸ ਹੋਏ, ਭਾਵੇਂ ਫੇਲ ਹੋਏ ਜਾਂ ਪਾਸ ਹੋਏ, ਇੱਕ ਲੋਕ ਲੱਜਿਆ ਨਹੀਂ ਛੱਡਦੀ, ਵਿਛੜਨ ਨੂੰ ਜੀ ਤਾਂ ਨਹੀਂ ਕਰਦਾ, ਅੱਗੇ ਸਤਿਗੁਰ ਤੇਰੀ ਮਰਜ਼ੀ। ਮਹਾਰਾਜ ਤੁਹਾਡੇ ਨਾਲੋਂ ਵਿਛੜਨਾ ਬੜਾ ਔਖਾ ਹੈ, ਅੰਮ੍ਰਿਤ ਵੇਲਾ ਹੋਇਆ ਹੈ। ਇਸ ਤਰ੍ਹਾਂ ਮਹਾਰਾਜ ਜੀ ਕਹਿ ਰਹੇ ਨੇ ਸਿੰਘੋ ਉੱਠੋ, ਅੱਜ ਸਮਾਂ ਅੱਜ ਪਤਾ ਲੱਗਣਾ ਹੈ ਕਿਹੜਾ ਸਿੱਖ ਪੂਰੇ ਨੰਬਰ ਲੈ ਕੇ ਪਾਸ ਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿਣ ਸਿੰਘੋ ਖੇਡ ਲੋ ਖੂਨ ਦੀਆਂ ਹੋਲੀਆਂ, ਇੱਥੇ ਕਿਹੜਾ ਨਿੱਤ ਜੰਮਣਾ। ਖੇਡ ਲੋ ਖੂਨ ਦੀਆਂ ਹੋਲੀਆਂ, ਇੱਥੇ ਕਿਹੜਾ ਨਿੱਤ ਜੰਮਣਾ। ਖੇਡ ਲੋ ਖੂਨ ਦੀਆਂ ਹੋਲੀਆਂ, ਇੱਥੇ ਕਿਹੜਾ ਨਿੱਤ ਜੰਮਣਾ। ਸਿੰਘੋ ਖੇਡ ਲੋ ਖੂਨ ਦੀਆਂ ਹੋਲੀਆਂ, ਇੱਥੇ ਕਿਹੜਾ ਨਿੱਤ ਜੰਮਣਾ। ਸੂਰੋ ਖੂਨ ਦੀਆਂ ਹੋਲੀਆਂ, ਇੱਥੇ ਕਿਹੜਾ ਨਿੱਤ ਜੰਮਣਾ। ਖੇਡ ਲੋ ਖੂਨ ਦੀਆਂ ਹੋਲੀਆਂ, ਇੱਥੇ ਕਿਹੜਾ ਨਿੱਤ ਜੰਮਣਾ। ਹਾਂ ਮਹਾਰਾਜ ਕਹਿਣ ਲੱਗੇ ਸਿੰਘੋ ਚਲੋ ਵੇਖੋ ਸਾਧ ਸੰਗਤ, ਇੱਕ ਪਾਸੇ 10 ਲੱਖ ਦਾ ਘੇਰਾ ਪਾਇਆ ਹੋਇਆ ਚਮਕੌਰ ਦੀ ਗੜੀ ਨੂੰ, ਇੱਕ ਪਾਸੇ ਸਿਰਫ 40 ਸਿੰਘ ਨੇ। ਉਸ 40 ਵਿੱਚ ਹੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਵੱਡੇ ਸਾਹਿਬਜ਼ਾਦੇ। ਇੱਕ ਪਾਸੇ 40 ਜਫਰਨਾਮਾ ਪੜ੍ਹੀਏ ਨਾ, ਫਿਰ ਉੱਥੇ ਮਹਾਰਾਜ ਕਹਿੰਦੇ ਉਹ ਰੰਗਜੇਬ ਤੈਨੂੰ ਸ਼ਰਮ ਨਾ ਆਈ, ਤੈਨੂੰ ਸ਼ਰਮ ਨਾ ਆਈ। ਇੱਕ ਪਾਸੇ 40 ਸਿੰਘ ਨੇ ਤੇ ਦੂਸਰੇ ਪਾਸੇ 10 ਲੱਖ ਫੌਜਾਂ ਭੇਜਦਾ, ਉਹ ਵੀ 40 ਜਿਨ੍ਹਾਂ ਨੇ 7 ਮਹੀਨੇ 11 ਦਿਨ ਭੁੱਖ ਕੱਟੀ ਹੈ। ਇੰਨੇ ਭੁੱਖੇ ਲੱਕੇ ਲੱਗਿਆ ਸਿੰਘਾਂ ਨੂੰ, ਤੂੰ 10 ਲੱਖ ਵੈਰੀ ਭੇਜਦਾ ਉਹਨਾਂ ਨੂੰ ਮਾਰਨ ਵਾਸਤੇ, ਤੈਨੂੰ ਸ਼ਰਮ ਨਾ ਆਈ। ਉਹ ਜਫਰਨਾਮੇ ਵਿੱਚ ਮਹਾਰਾਜ ਜੀ ਲਿਖਦੇ ਨੇ। ਤੇ ਸਾਧ ਸੰਗਤ ਇੱਕ ਪਾਸੇ 10 ਲੱਖ ਤੇ ਦੂਸਰੇ ਪਾਸੇ ਸਿਰਫ 40 ਸਿੰਘ ਨੇ। ਮਹਾਰਾਜ ਜੀ 6-6 ਦਾ ਜੱਥਾ, 6-6 ਕਿਉਂ ਮਹਾਰਾਜ ਜੀਆਂ ਨੇ ਭੇਜੇ? ਮਹਾਰਾਜ ਜੀ ਨੇ ਆਖਿਆ ਨਾ 1.25 ਲੱਖ ਸੇ ਏਕ ਲੜਾਊ ਤਵੇ ਗੋਬਿੰਦ ਸਿੰਘ ਨਾਮ ਕਹਾਊ। 6 ਨੂੰ ਰਿਜ਼ਰਵ ਦੇ ਲੋ 10 ਲੱਖ ਨਾਲ, ਇੱਕ ਦੇ ਹਿੱਸੇ 1.25 ਲੱਖ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮਹਾਰਾਜ ਜੀ ਨੇ ਉਹ ਬੋਲ ਪੂਰਾ ਕਰ ਦਿੱਤਾ ਚਮਕੌਰ ਦੀ ਗੜੀ ਵਿੱਚ। 6-6 ਦਾ ਜੱਥਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਭੇਜਦੇ ਨੇ। ਨਾਲੇ ਚਮਕੌਰ ਦੀ ਗੜੀ ਦੇ ਉੱਤੋਂ ਖੜ ਕੇ ਵੇਖਦੇ ਨੇ ਕਿਹੜਾ ਸਿੰਘ ਕਿੰਨੇ ਨੰਬਰ, ਕਿੰਨੇ ਫੱਟ ਲੈ ਕੇ ਸ਼ਹੀਦ ਹੁੰਦਾ, ਕਿੰਨੇ ਤੀਰ ਆਪਣੇ ਸੀਨੇ ਵਿੱਚ ਖਾਂਦਾ, ਕਿੰਨਿਆਂ ਵੈਰੀਆਂ ਦੇ ਆਹੂ ਲਾ ਕੇ ਸ਼ਹੀਦ ਹੁੰਦਾ। ਸਾਧ ਸੰਗਤ ਵੇਖ ਲਓ ਕੈਸਾ ਸਮਾਂ ਹੋਣਾ। ਐਸਾ ਸਮਾਂ ਆਇਆ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਵੀ ਜਾਣ ਦਿਓ, ਮੈਂ ਵੀ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪਾ ਜਾਵਾਂ। ਕਿਉਂ ਨਹੀਂ ਮਹਾਰਾਜ, ਕਿਉਂ ਨਹੀਂ ਪੁੱਤਰਾ, ਇਹੀ ਤਾਂ ਸਮਾਂ, ਇੱਥੇ ਮਰ ਜਾਵੇਂ, ਇੱਥੇ ਸ਼ਹੀਦ ਹੋ ਜਾਵੇਂ, ਇਦੋਂ ਸੋਹਣੀ ਮੌਤ ਕਿਹੜੀ ਹੋ ਸਕਦੀ ਹੈ। ਬਾਬਾ ਅਜੀਤ ਸਿੰਘ ਨੂੰ ਵੀ 6 ਸਿੰਘਾਂ ਨਾਲ ਤਿਆਰ ਕਰਕੇ ਮਹਾਰਾਜਿਆਂ ਨੇ ਮੈਦਾਨੇ ਜੰਗ ਵਿੱਚ ਭੇਜਿਆ। ਤੇ ਸਾਧ ਸੰਗਤ ਉਧਰ ਬਾਬਾ ਜੁਝਾਰ ਸਿੰਘ ਜੀ ਵੀ ਮਹਾਰਾਜਿਆਂ ਨੂੰ ਜੋ ਵੇਖਦੇ ਨਾ, ਭਾਈ ਦਇਆ ਸਿੰਘ ਨੂੰ ਮਹਾਰਾਜ ਕਹਿਣ ਲੱਗੇ, ਬਾਬਾ ਜੁਝਾਰ ਸਿੰਘ ਕਹਿਣ ਲੱਗੇ ਮਹਾਰਾਜ ਮੈਨੂੰ ਵੀ ਆਗਿਆ ਦਿਓ। ਉਹ ਵੇਖੋ ਸਾਹਮਣੇ ਜਿਵੇਂ ਮੇਰਾ ਵੱਡਾ ਵੀਰ ਬਾਬਾ ਅਜੀਤ ਸਿੰਘ ਜੂਝ ਕੇ ਸ਼ਹੀਦੀਆਂ ਪਾ ਰਿਹਾ ਹੈ, ਇਸ ਤਰ੍ਹਾਂ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਬਾਬਾ ਜੁਝਾਰ ਸਿੰਘ, ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ, ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ,
पिता जी मैं भी जावा, हाँ बड़ा वीर गया जंग लो। होया गया पिता जी मैं भी जावा, बड़ा वीर गया जंग लो। देव होया गया पिता जी मैं भी जा, बड़ा वीर गया जंग नू। आगे आ पिता जी मैं भी जावा, बड़ा वीर गया जंग नू। देव होया गया पिता जी मैं भी जावा, वीर गया जंग नू। हाँ महाराज मैनू भी आग्ञा दो, मैं भी जंग में जूझ के शहीदियां पा जावां। बाबा जुझार सिंह भी कहन लगे, हाँ पुत्रा क्यों नहीं, जा। महाराजा ने आप शास्त्र सजाए ने, आनंद चमकौर ਦੀ ਗੜੀ ਅੰਦਰੋਂ ਭੇਜਦੇ ਨੇ ਤੇ ਸਾਧ ਸੰਗਤ ਮਹਾਰਾਜ ਭਾਈ ਦਿਆ ਸਿੰਘ ਨੂੰ ਕਹਿਣ ਲੱਗੇ, ਦਿਆ ਸਿੰਘਾ ਕੋਈ ਵੇਖ ਇੱਥੇ ਉੱਪਰ ਚਮਕੌਰ ਦੀ ਗੜੀ ਵਿੱਚ ਚੜ੍ਹਨ ਵਾਸਤੇ ਮੈਂ ਆਪਣੇ ਪੁੱਤਰ ਨੂੰ ਵੇਖਣਾ ਚਾਹੁੰਦਾ ਵੀ ਕਿੰਨੇ ਤੀਰ ਖਾ ਕੇ, ਕਿੰਨੇ ਫੱਟ ਖਾ ਕੇ, ਕਿੰਨਿਆਂ ਵੈਰੀਆਂ ਦੇ ਆਹੂ ਲਾ ਕੇ ਸ਼ਹੀਦ ਹੁੰਦਾ ਹੈ। ਤੇ ਸਾਧ ਸੰਗਤ ਮਹਾਰਾਜ ਚਮਕੌਰ ਦੀ ਗੜੀ ਉੱਤੇ ਖੜੇ ਵੇਖਦੇ ਨੇ। ਬਾਬਾ ਜੁਝਾਰ ਸਿੰਘ ਜੀ ਨੇ ਇੰਨੇ ਵੈਰੀ ਦਲ ਨੂੰ ਸ਼ਹੀਦ ਕਰਕੇ ਜਿਸ ਵੇਲੇ ਸ਼ਹੀਦੀ ਪ੍ਰਾਪਤ ਕੀਤੀ ਨਾ, ਘੋੜ ਤੋਂ ਹੇਠਾਂ ਡਿੱਗੇ ਬਾਬਾ ਜੁਝਾਰ ਸਿੰਘ ਨੇ। ਮਹਾਰਾਜਿਆਂ ਨੇ ਜਦੋਂ ਵੇਖਿਆ ਨਾ ਵੀ ਬਾਬਾ ਜੁਝਾਰ ਸਿੰਘ ਸ਼ਹੀਦੀਆਂ ਪਾ ਗਏ ਨੇ, ਮਹਾਰਾਜ ਜੀ ਨੇ ਆਪ ਜਕਾਰੇ ਲਾਏ। ਛੋਟੇ ਲਾਲ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਛੋਟੇ ਲਾਲ ਨੂੰ ਸ਼ਹੀਦ ਹੁੰਦਿਆਂ ਛੱਡੇ ਸੀ ਜਕਾਰੇ ਗੁਰਾਂ ਨੇ। ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜਕਾਰੇ ਗੁਰਾਂ ਨੇ। ਛੋਟੇ ਲਾਲ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਛੱਡੇ ਸੇ ਜਕਾਰੇ ਗੁਰਾਂ ਨੇ। ਛੋਟੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੇ ਜਕਾਰੇ ਗੁਰਾਂ ਨੇ। ਆਪ ਮਹਾਰਾਜਿਆਂ ਨੇ ਜਕਾਰੇ, 5 ਜਕਾਰੇ ਲਾਏ ਵੀ ਮੇਰਾ ਸਾਹਿਬਜ਼ਾਦਾ ਵੀ ਸ਼ਹੀਦੀਆਂ ਪਾ ਗਿਆ। ਹੁਣ ਆਪ ਮਹਾਰਾਜ ਭਾਈ ਦਿਆ ਸਿੰਘ ਨੂੰ ਕਹਿਣ ਲੱਗੇ, ਦਿਆ ਸਿੰਘ ਜੀ ਲਓ ਹੁਣ ਮੈਂ ਜਾਣਾ 6 ਜੱਥਾ ਬਣਾ ਕੇ ਨਾ 5 ਸਿੰਘਾਂ ਦੇ ਨਾਲ ਹੁਣ ਮੈਂ ਆਪ ਜਾਣਾ। ਫਿਰ ਉਸ ਸਮੇਂ ਭਾਈ ਦਿਆ ਸਿੰਘ ਜੀ ਨੇ ਹੱਥ ਪੱਲਾ ਪਾ ਕੇ ਹੱਥ ਜੋੜ ਕੇ ਆਖਿਆ, ਮਹਾਰਾਜ ਜੀ ਨਾ ਆਪ ਜੀਆਂ ਦੀ ਹਲੇ ਬੜੀ ਲੋੜ ਹੈ, ਆਪ ਜੀ ਨਹੀਂ ਜਾ ਸਕਦੇ। ਫਿਰ ਮਹਾਰਾਜ ਜੀ ਕਹਿਣ ਲੱਗੇ, ਨਹੀਂ ਸਿੱਖੋ ਹੁਣ ਮੈਂ ਜਾਣਾ ਜੰਗ ਮੈਦਾਨੇ ਵਿੱਚ। ਕਿਉਂ? ਲੋਕ ਮੈਨੂੰ ਇਹ ਨਾ ਕਹਿਣ ਵੀ ਲੋਕਾਂ ਦੇ ਪੁੱਤ ਮਰਵਾ ਕੇ ਚਲਿਆ ਗਿਆ, ਆਪਣਿਆਂ ਨੂੰ ਬਚਾ ਲਿਆ, ਮੈਂ ਆਪਦਿਆਂ ਨੂੰ ਵੀ ਭੇਜਿਆ, ਹੁਣ ਮੈਂ ਆਪ ਜਾਣ ਲਈ ਤਿਆਰ ਨਹੀਂ। ਮਹਾਰਾਜ ਅਸੀਂ ਸਿੱਖ, ਤੁਸੀਂ ਸਾਡੇ ਵਰਗੇ ਸਿੱਖ ਅਨੇਕਾਂ ਪੈਦਾ ਕਰ ਸਕਦੇ ਹੋ, ਬਣਾ ਸਕਦੇ ਹੋ, ਤੁਹਾਡੇ ਵਿੱਚ ਇਹ ਸ਼ਕਤੀ ਹੈ, ਪਰ ਮਹਾਰਾਜ ਅਸੀਂ ਅਨੇਕਾਂ ਸਿੱਖ ਤੁਹਾਡੇ ਵਰਗਾ ਗੁਰੂ ਨਹੀਂ ਬਣਾ ਸਕਦੇ। ਆਖੋ ਸਤਨਾਮ। ਮਹਾਰਾਜ ਜੀ 5 ਸਿੰਘਾਂ ਨੇ ਬੇਨਤੀ ਕੀਤੀ, 5 ਪਿਆਰਿਆਂ ਨੇ ਹੁਕਮ ਕੀਤਾ। ਮਹਾਰਾਜ ਆਪ ਜੀ ਨੇ ਕਿਹਾ ਸੀ ਵੀ 5 ਪਿਆਰਿਆਂ ਦਾ ਹੁਕਮ ਕਦੇ ਵਾਪਸ ਨਹੀਂ ਹੋ ਸਕਦਾ। ਲਓ ਮਹਾਰਾਜ 5 ਪਿਆਰੇ ਆਪ ਜੀ ਨੂੰ ਬੇਨਤੀ ਕਰਦੇ ਨੇ, ਹੁਕਮ ਕਰਦੇ ਨੇ, ਤੁਸੀਂ ਇਹ ਆਨੰਦਗੜ੍ਹ ਦੇ ਕਿਲੇ ਵਾਹਿਗੁਰੂ ਚਮਕੌਰ ਦੀ ਗੜੀ ਵਿੱਚੋਂ ਜੰਗ ਮੈਦਾਨੇ ਜੰਗ ਵਿੱਚ ਨਹੀਂ ਜਾਓਗੇ, ਅਸੀਂ ਆਪ ਜਾਣ ਲਈ ਤਿਆਰ ਹਾਂ। ਤੇ ਸਾਧ ਸੰਗ ਜਦੋਂ ਸਾਰੀ ਜੰਗ ਦੀ ਸਮਾਪਤੀ ਹੋਈ, ਉਸ ਵੇਲੇ ਦਿਨ ਅੰਮ੍ਰਿਤ ਵੇਲਾ ਹੋਇਆ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੁਝ ਤੀਜੇ ਪੈਰ ਚੌਥੇ ਪੈਰ ਦੇ ਸਮੇਂ ਦੇ ਵਿੱਚ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਤੁਰਨ ਲੱਗੇ ਨੇ। ਨਾਲ ਭਾਈ ਦਿਆ ਸਿੰਘ ਜੀ ਨੇ, ਕੁਝ ਹੋਰ ਸਿੰਘ ਨੇ। ਤੇ ਸਾਧ ਸੰਗਤ ਜਿਸ ਵੇਲੇ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਹੇਠਾਂ ਨੂੰ ਵਾਪਸ ਪਰਤਣ ਲੱਗੇ ਨੇ ਨਾ, ਉਸ ਸਮੇਂ ਮਹਾਰਾਜਿਆਂ ਨੇ, ਕਿਸੇ ਕਵੀ ਨੇ ਉਸ ਸਮੇਂ ਦਾ ਦ੍ਰਿਸ਼ ਖਿੱਚਿਆ। ਕੀ ਆਖਦੇ ਨੇ, ਕਿਵੇਂ ਉਸ ਸਮੇਂ ਦਾ ਭੈੜਾ ਸਮਾਂ ਹੋਣਾ, ਉਸ ਸਮੇਂ ਕਿੰਨੇ ਸਿੰਘ ਸ਼ਹੀਦ, ਲਾਸ਼ਾਂ ਵਿਛੀਆਂ ਪਈਆਂ ਨੇ ਚਮਕੌਰ ਦੀ ਗੜੀ ਦੇ ਵਿੱਚੋਂ, ਕਿਵੇਂ ਉਸ ਸਮੇਂ ਅੰਬਰ ਵੀ ਰੋਂਦਾ। ਇਸ ਸਮੇਂ ਕਵੀ ਨੇ ਕੁਝ ਇਸ ਤਰ੍ਹਾਂ ਲਿਖਿਆ, ਬਦਲਾਂ ਚੋਂ ਬਿਜਲੀ ਚਮਕੇ ਸੀ ਮਾਰਦੀ,
ਹੋਈ ਰੋਸ਼ਨਾਈ ਜਾਂ ਸੁਨਹਿਰੀ ਜਹੀ ਤਾਰ ਦੀ। ਕਹਿਣ ਲੱਗੇ ਉਸ ਸਮੇਂ ਕਾਲੀ ਰਾਤ ਦੇ ਅੰਦਰ ਬੱਦਲਾਂ ਵਿੱਚੋਂ ਬਿਜਲੀ ਵੀ ਝਮੱਕੇ ਮਾਰਦੀ ਹੈ, ਜਿਵੇਂ ਆਪਾਂ ਵੇਖਦੇ ਹਾਂ ਨਾ ਤਾਰ ਜੀ ਨਿਕਲਦੀ ਹੈ, ਬਿਜਲੀ ਨਿਕਲਦੀ ਹੈ, ਉਹਦੀ ਰੋਸ਼ਨਾਈ ਪੈਂਦੀ ਹੈ ਲਾਸ਼ਾਂ ਦੇ ਉੱਤੇ ਵੀ। ਇੰਨੀਆਂ ਲਾਸ਼ਾਂ ਜਿੱਧਰ ਵੇਖਦੇ ਨੇ ਲਾਸ਼ਾਂ ਹੀ ਲਾਸ਼ਾਂ। ਦਇਆ ਸਿੰਘ ਵੱਲੇ ਨਿਗਾਹ ਗਈ ਜਦ ਤਾਰ ਦੀ। ਜਦੋਂ ਮਹਾਰਾਜ ਨੇ ਤੱਕਿਆ ਨਾ ਸਾਹਮਣੇ ਭਾਈ ਦਇਆ ਸਿੰਘ ਵੱਲੇ ਨਿਗਾਹ ਗਈ ਜਦ ਤਾਰ ਦੀ। ਪੱਟਾਂ ਉੱਤੇ ਲੋਤ ਲੈ ਕੇ ਬੈਠੇ ਸੀ ਜੁਝਾਰ ਦੀ। ਮਹਾਰਾਜ ਨੇ ਜਦੋਂ ਵੇਖਿਆ ਨਾ ਬਾਬਾ ਜੁਝਾਰ ਸਿੰਘ ਦੀ ਲਾਸ਼, ਭਾਈ ਦਇਆ ਸਿੰਘ ਜੀ ਪੱਟਾਂ ਉੱਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਲਾਸ਼ ਲਈ ਪਏ ਨੇ। ਕਹਿਣ ਲੱਗੇ ਮਹਾਰਾਜ ਆਪ ਜੀਆਂ ਨੇ ਇਹ ਪੁੱਤਰਾਂ ਨੂੰ ਬੜੇ ਲਾਡਾਂ ਨਾਲ ਚਾਵਾਂ ਨਾਲ ਪਾਲਿਆ ਹੈ। ਭਾਈ ਦਇਆ ਸਿੰਘ ਜੀ ਬੋਲੇ, ਇਹ ਕੁਝ ਸਵਾਲ ਜਵਾਬ ਹੋ ਰਹੇ ਨੇ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਜ਼ਿੰਦਗੀ ਦੇ ਦਾਤੇ ਆ ਸੁਨਹਿਰੀ ਬਾਜਾਂ ਵਾਲਿਆ, ਤੂੰ ਬੜੇ ਹੀ ਲਾਡਾਂ ਨਾਲ ਪੁੱਤਾਂ ਨੂੰ ਸੀ ਪਾਲਿਆ। ਮਹਾਰਾਜ ਆਪ ਜੀ ਨੇ ਆਨੰਦਪੁਰ ਦੀ ਗਲੀ ਵਿੱਚ, ਉਸ ਆਨੰਦਪੁਰ ਦੇ ਪੁਰੀ ਵਿੱਚ ਆਪ ਜੀ ਨੇ ਸਾਹਿਬਜ਼ਾਦੇ ਨੂੰ ਕਿਵੇਂ ਲਾਡਾਂ ਚਾਵਾਂ ਨਾਲ ਪਾਲਿਆ। ਕਿਉਂ? ਇਸ ਸਮੇਂ ਤਾਂ ਮਾਤਾ ਵੀ ਹੈ ਨਹੀਂ ਸੀ ਇਹਨਾਂ ਦੇ। ਆਪ ਜੀ ਨੇ ਮਾਤਾ ਗੁਜਰ ਕੌਰ ਜੀ ਨੇ ਇਹਨਾਂ ਦੀ ਪਾਲਣਾ ਪੋਸ਼ਣਾ ਕੀਤੀ। ਜ਼ਿੰਦਗੀ ਦੇ ਦਾਤੇ ਆ ਸੁਨਹਿਰੀ ਬਾਜਾਂ ਵਾਲਿਆ, ਤੂੰ ਬੜੇ ਹੀ ਲਾਡਾਂ ਨਾਲ ਪੁੱਤਾਂ ਨੂੰ ਸੀ ਪਾਲਿਆ। ਅੱਜ ਵੇਖ ਲਾਸ਼ ਅਜੀਤ ਜੁਝਾਰ ਦੀ ਕਿਉਂ ਪੈਰ ਖਿਸਕਾਲਿਆ। ਦਾਤਾ ਇੱਕ ਵਾਰ ਚੁੱਕ ਕੇ ਕਲੇਜੇ ਕਿਉਂ ਨਾ ਲਾਲਿਆ। ਮਹਾਰਾਜ ਅੱਜ ਤੁਸੀਂ ਇਹਨਾਂ ਦੀਆਂ ਲਾਸ਼ਾਂ ਵੇਖ ਕੇ ਕਿਉਂ ਪੈਰ ਖਿਸਕਾ, ਮੁੱਖ ਕਿਉਂ ਮੋੜਦੇ ਹੋ? ਅੱਜ ਤੁਸੀਂ ਇੱਕ ਵਾਰ ਇਹਨਾਂ ਨੂੰ ਚੁੱਕ ਕੇ ਕਲੇਜੇ ਲਾ ਲਓ। ਕਿਉਂ ਵੇਖ ਲਾਸ਼ ਅਜੀਤ ਜੁਝਾਰ ਦੀ ਕਿਉਂ ਪੈਰ ਖਿਸਕਾਲਿਆ। ਦਾਤਾ ਇੱਕ ਵਾਰ ਚੁੱਕ ਕੇ ਕਲੇਜੇ ਕਿਉਂ ਨਾ ਲਾਲਿਆ। ਮਹਾਰਾਜ ਇੱਕ ਵਾਰ ਤੁਸੀਂ ਚੁੱਕ ਕੇ ਆਪਣੇ ਪਿਆਰ ਹੀ ਲਾ ਦਿੰਦੇ, ਉਹਨਾਂ ਨੂੰ ਜਿਤਾ ਦਿੰਦੇ। ਸਤਿਗੁਰੂ ਬੋਲੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ। ਮਹਾਰਾਜ ਕਹਿਣ ਲੱਗੇ ਦਇਆ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਇਹ ਗੱਲਾਂ ਵਿੱਚ ਦੀ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਮੇਰਾ ਮਨ ਚਾਹੁੰਦਾ ਹੈ, ਜੀ ਚਾਹੁੰਦਾ ਕੁਝ ਇੱਥੇ ਪਿਆਰ ਜਿਤਲਾ ਦਿਆਂ। ਮਹਾਰਾਜ ਮਨ ਚਾਹੁੰਦਾ ਇੱਥੇ ਕੁਝ ਪਿਆਰ ਜਿਤਲਾ। ਮਹਾਰਾਜ ਕਹਿਣਾ ਕੀ ਚਾਹੁੰਦੇ ਹੋ? ਜੀ ਚਾਹੁੰਦਾ ਕੁਝ ਇੱਥੇ ਪਿਆਰ ਜਿਤਲਾ ਦਿਆਂ। ਨਿਭਾਈ ਦੀ ਅਖੀਰ ਉਹ ਰਸਮ ਨਿਭਾ ਦਿਆਂ। ਮਹਾਰਾਜ ਜਿਹੜੀ ਅਖੀਰ ਸਮੇਂ ਹਰ ਸਮੇਂ ਨੂੰ ਹਰ ਬੰਦੇ ਨੂੰ ਨਸੀਬ ਹੋ ਜਾਂਦੀ ਹੈ ਰਸਮ, ਕਿਹੜੀ? ਕਫਨ ਦੀ। ਮਹਾਰਾਜ ਉਹ ਰਸਮ ਨਿਭਾਉਣ ਨੂੰ ਜੀ ਕਰਦਾ ਹੈ। ਜੀ ਚਾਹੁੰਦਾ ਕੁਝ ਇੱਥੇ ਪਿਆਰ ਜਿਤਲਾ ਦਿਆਂ। ਨਿਭਾਈ ਦੀ ਅਖੀਰ ਉਹ ਰਸਮ ਨਿਭਾ ਦਿਆਂ। ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ। ਮਹਾਰਾਜ ਆ ਜਿਹੜਾ ਸਰੀਰ ਤੇ ਮੇਰੇ ਦਸਤਾਰ ਸਾਜ ਰਹੀ ਹੈ, ਮੇਰਾ ਮਨ ਕਰਦਾ ਵੀ ਇਹਨੂੰ ਲਾ ਕੇ ਇਹਦੇ ਦੋ ਟੋਟੇ ਬਣਾ ਕੇ, ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ। ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਮਹਾਰਾਜ ਮਨ ਚਾਹੁੰਦੇ ਵੀ ਅਖੀਰੀ ਰਸਮ ਤਾਂ ਉਹ ਹਰੇਕ ਨੂੰ ਨਸੀਬ ਹੋ ਜਾਂਦੀ ਹੈ। ਮੈਂ ਵੀ ਮਨ ਚਾਹੁੰਦਾ ਵੀ ਪੱਗ ਦੇ ਦੋ ਟੋਟਕੇ ਬਣਾ ਕੇ ਦੋਹਾਂ ਸਰੀਰਾਂ ਦੇ ਉੱਤੇ ਪਾ ਦਿਆਂ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦਇਆ ਸਿੰਘਾ ਮੋਹ ਵਾਲੇ ਤਿਣਕੇ ਤਰੋੜ ਦੇ। ਮਹਾਰਾਜ ਕਹਿਣ ਲੱਗੇ ਦਇਆ ਸਿੰਘਾ ਇਹ ਮੋਹ ਵਾਲੇ ਤਿਣਕੇ ਇਹਨਾਂ ਨੂੰ ਭੰਨ ਦੇ। ਕਿਉਂ? ਤੂੰ ਇਹਦਾ ਹੀ ਦਮਾਲਾ ਇਹਦੇ ਮੂੰਹ ਉੱਤੇ ਓੜ ਦੇ। ਮਹਾਰਾਜ ਕਹਿਣ ਲੱਗੇ ਆ ਜਿਹੜਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੇ ਸਿਰ ਤੇ ਦਸਤਾਰ ਸਜਦੀ ਹੈ ਨਾ, ਤੂੰ ਇਉਂ ਕਰ ਇਹਨਾਂ ਦਾ ਜਿਹੜਾ ਮੁੱਖ ਤੇ ਦਮਾਲਾ ਬੰਨਿਆ ਹੋਇਆ ਸੀਸ ਤੇ, ਇਹੀ ਦਮਾਲਾ ਇਹਨਾਂ ਦੇ ਮੂੰਹ ਤੇ ਪਾ ਦੇ। ਕਿਉਂ? ਦਇਆ ਸਿੰਘਾ ਮੋਹ ਵਾਲੇ ਤਿਣਕੇ ਤਰੋੜ ਦੇ। ਤੂੰ ਇਹਦਾ ਹੀ ਦਮਾਲਾ ਇਹਦੇ ਮੂੰਹ ਉੱਤੇ ਓੜ ਦੇ। ਉਹ ਪੰਥ ਦੇ ਸ਼ਹੀਦ ਨਹੀਂ ਉਹ ਕਫਣਾ ਨੂੰ ਲੋੜਦੇ। ਹਾਂ ਪੰਥ ਦੇ ਸ਼ਹੀਦ ਨਹੀਂ ਉਹ ਕਫਣਾ ਨੂੰ ਲੋੜਦੇ। ਉਹ ਦਇਆ ਸਿੰਘਾ ਜਿਹੜੇ ਪੰਥ ਦੇ ਸ਼ਹੀਦ ਹੁੰਦੇ ਨੇ ਨਾ, ਉਹਨਾਂ ਨੂੰ ਕਫਣਾ ਤੱਕ ਕੀ ਮਤਲਬ? ਉਹ ਤਾਂ ਸ਼ਹੀਦ ਹੋ ਜਾਂਦੇ ਨੇ। ਫਿਰ ਅੱਗੋਂ ਬੜੇ ਪ੍ਰੇਮ ਨਾਲ ਬੜੇ ਹੱਥ ਜੋੜ ਕੇ ਮਹਾਰਾਜ ਇੰਨੀ ਕੁ ਬੇਨਤੀ ਹੈ, ਕਿਉਂ? ਮੇਰਾ ਮਨ ਕਰਦਾ ਹੈ
महाराज जी इस दुनिया ते बड़े गरीब पए ने। अगे की आखदे ने भाई दया सिंह जी, बड़े ही गरीब मापे दुनिया ते पए ने। महाराज जी बड़े ही गरीब तो गरीब दुनिया पई है, मापे इस दुनिया ते गरीब तो गरीब ने। बड़े ही गरीब मापे दुनिया ते पए ने, पर कफनों बगैर दसो किहदे पुत गए ने। महाराज जी ये भी दसो भी कफनों बगैर भी किसी का पुत जांदा है? किन्ना ही माड़ा होवे, किन्ना ही गरीब होवे, आखिर नूं कफन तो नसीब हुंदा ही है। महाराज जी बड़े ही गरीब मापे दुनिया ते पए ने, पर कफनों बगैर दसो किहदे पुत गए ने। महाराज कहन लगे ठीक है, तू कहना भी कफनों बगैर किसी दे पुत नहीं जाते, पर आ वेख जिथे मेरे लाल पए ने उथे इन नाल सिंह शहीद भी पए ने। अगों दशवेश बोले मुखों ललकार के, ओ दया सिंगा तू की लैना मेरे पुत्तां नूं प्यार के। मारा कहन लगे ओ पुत्रा, ओ दया सिंगा तैं मेरे पुत्तां नूं प्यार के की लैना? आ वेख जिथे मेरे लाल पए ने उथे ही आ किन्ने मापियां दे ये भी लाल ने। खालसे नूं छड्ड प्यार पुत्तां दा जता दियां। दया सिंगा आ खालसे नूं किन्ना खालसा पिया मेरा, इन्हां नूं छड्ड के मैं कल्ले अपने पुत्रां ते कफन पा देवां ते आ की गल बनदी है? खालसे नूं छड्ड प्यार पुत्तां दा जता देवां, दया सिंगा सिੱਖੀ च वखेवा किद्दां पा देवां। ओ दया सिंगा जे मैं कल्ले अपने पुत्रां ते पा के जाना कफन ते आ भी वेख सामने किन्ने पुत्र पए ने, ये भी किसी मापियां दे लाल ने। मैं सिੱਖੀ च वखेवा नहीं पा सकदा। खालसे नूं छड्ड प्यार पुत्तां दा जता दियां, ओ दया सिंगा सिੱਖੀ च वखेवा किद्दां पा देवां। औख सौख वेले ए सिंह भाईवाल ने। आ देख किन्ना ही सिख पिया मेरा, आ किन्ने सिंह पए ने औख सौख विच मेरे सिंह भाईवाल ने। ओ बिना तनखाहां जो चले मेरे नाल ने, कदे इन्हां ने तनखाह नहीं मंगियां। किन्ने समय औख सौख दे विच मेरे भाईवाल बनदे आ रहे ने। औख सौख वेले ए सिंह भाईवाल ने, मेरे लाला तो प्यारे ये भी मापियां दे लाल ने। ओ दया सिंगा जिवें मैं ये लाला नूं प्यार करदा, मेरे ये लाल ने ये भी तां किसे मापियां दे लाल ने। इन्हां नूं छड्ड किवें मैं कल्ले अपने पुत्रां ते कफन पा के तुर जां। अख औख सौख वेले ए सिंह भाईवाल ने, मेरे लाला तो प्यारे ये भी मापियां दे लाल ने। बिना तनखाहों जो चले मेरे नाल ने। मारा कहन लगे मैं ये काम नहीं कर सकता भी कल्ले अपने पुत्रां ते कफन पा के तुर जावां। ये वखेवा मैं अपनी सिੱਖੀ च किवें पा दियां? लोग कहणगे भी अपने पुत्रां नूं वड्डा करके गया, अपने पुत्रां ते कफन पा के गया, भी बाकी किते पुत्र नहीं सी, किसे दे मापियां दे लाल नहीं सी। महाराज बड़े मुखों ललकार के कहन लगे जदों तक इन्हां दा हिसाब नहीं मुकदा, ओ मैं अजीत ते जुझार दी लाश भी नहीं चुकदा। बई जदों तक इन्हां दा हिसाब है मेरे नाल, किवें इन्हां ने मेरे औखां सौखां दे विच मेरे भाईवाल बने ने, जदों तक इन्हां दा हिसाब नहीं मुकदा मैं अजीत ते जुझार दी लाश भी नहीं चुकदा। महाराज कहन लगे ओ जी ओ दया सिंगा क्यों ये मोह वालियां थम्मियां दई जाना? दया सिंगा मोह वालियां क्यों दई जाना थम्मियां? ओ चल सिੱਖੀ दियां वाटां जे होर भी ने लम्मियां। ओ दया सिंगा ये तो बड़ी औखी घाटी मुश्किल पैंडा, उथे पंडित पहुंच ना सके, जिथे पहुंचे असी निमाणे उथे पैण शाहां नूं धक्के। दया सिंगा मोह वालियां क्यों दई जाने थम्मियां, चल सिੱਖੀ दियां वाटां जे होर भी ने लम्मियां। पढ़ियो प्रेम नाल। भुल जावी ना ओ सिखा सिदक निभाण दियां मंजिलां ने,
ਜਾਮੀਨਾ ਸਿੱਖਾ ਸਿਦਕ ਨਿਭਾਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਕਾ ਸਿਦਕ ਨਿਭਾਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਉਹ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਮੀਨਾ ਸਿੱਖਾ ਸਿਦਕ ਨਿਭਾਉਣ ਦੀਆਂ ਮੰਜ਼ਲਾਂ ਨੇ ਦੂਰ। ਹਾਂ, ਇਸ ਤਰ੍ਹਾਂ ਸਾਧ ਸੰਗਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਜਿਸ ਵੇਲੇ ਹੁਣ ਤੁਰਨ ਲੱਗੇ ਨੇ, ਕਿਸੇ ਦੇ ਉੱਤੇ ਕੋਈ ਕਫਨ ਨਹੀਂ, ਉਸੇ ਤਰ੍ਹਾਂ ਮਹਾਰਾਜ ਜੀ ਤੁਰਨ ਲੱਗੇ ਆ। ਉਸ ਸਮੇਂ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਦਸਤਾਰ ਖੋਲੀ ਹੈ। ਦਸਤਾਰ ਦੇ ਵਿੱਚੋਂ ਮਹਾਰਾਜ ਜੀ ਨੇ 1.25 ਲੱਖ ਦੀ ਕਲਗੀ ਜਿਹੜੀ ਮਹਾਰਾਜ ਜੀ ਆਨੰਦਪੁਰ ਦੇ ਕਿਲੇ ਦੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤਖਤ ਦੇ ਉੱਤੇ ਸਜਾ ਕੇ ਬਹਿੰਦੇ ਸਨ, ਆਪਣੀ ਸੀਸ ਦੇ ਕਲਗੀ ਆਪਣੇ ਸੀਸ ਦੇ ਵਿੱਚੋਂ ਮਹਾਰਾਜ ਜੀ ਨੇ ਦਸਤਾਰ ਦੇ ਵਿੱਚੋਂ ਕੱਢੀ ਹੈ। ਮਹਾਰਾਜ ਜੀ ਨੇ ਮਾਣ ਬਖਸ਼ਿਆ ਹੈ। ਮਜ਼੍ਹਬੀ ਸਿੱਖ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਸੰਗਤ ਸਿੰਘ ਦੇ ਸੀਸ ਉੱਤੇ ਸਜਾਈ ਹੈ, ਕਿਉਂਕਿ ਸਾਧ ਸੰਗਤ ਭਾਈ ਸੰਗਤ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਚਿਹਰਾ ਬਹੁਤ ਮਿਲਦਾ ਸੀ ਆਪਸ ਵਿੱਚ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਪੰਜਾਂ ਪਿਆਰਿਆਂ ਤੋਂ ਦਾਤ ਲੈ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪੰਜਾਂ ਪਿਆਰਿਆਂ ਨੂੰ ਸਾਜਿਆ ਨਾ, ਚਮਕੌਰ ਦੀ ਗੜੀ ਵਿੱਚ ਮਹਾਰਾਜ ਨੇ ਸਾਜ ਕੇ ਨਵਾਜਿਆ ਵੀ ਹੈ। ਆਖੋ ਸਤਨਾਮ। ਮਹਾਰਾਜ ਜੀ ਨੇ ਚਮਕੌਰ ਦੀ ਗੜੀ ਵਿੱਚ ਉਸ ਸਮੇਂ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਸਰੂਪ ਪੰਜਾਂ ਸਿੰਘਾਂ ਨੂੰ ਦੇ ਕੇ ਉਸ ਕਲਗੀ ਭਾਈ ਸੰਗਤ ਸਿੰਘ ਜੀਆਂ ਦੇ ਸੀਸ ਤੇ ਸਜਾ ਕੇ ਮਹਾਰਾਜ ਜੀ ਨੇ ਫਿਰ ਫਾਰਸੀ ਦੇ ਵਿੱਚ ਜਕਾਰਾ ਲਾਇਆ, ਕਿਉਂਕਿ ਸਾਧ ਸੰਗ ਮੁਸਲਮਾਨ ਫਾਰਸੀ ਵਿੱਚ ਸਮਝਦੇ ਸੀ। ਮਹਾਰਾਜ ਜੀ ਕਹਿਣ ਲੱਗੇ, ਮਾਰਫਤ ਮਾਰਫਤ ਜਾ ਰਹੇ ਹਿੰਦ ਕੇ ਪੀਰ, ਲਓ ਬਈ ਫੜ ਲਓ ਜਿਹਨੇ ਫੜਨਾ ਹੈ। ਆ ਗੁਰੂ ਸਿੱਖਾਂ ਦਾ ਗੁਰੂ ਚੱਲਿਆ ਆਪਣਾ ਸਰੂਪ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸੰਗਤ ਸਿੰਘ ਜੀਆਂ ਦੇ ਸੀਸ ਦੇ ਉੱਤੇ ਕਲਗੀ ਸਜਾਈ ਹੈ, ਤਾੜੀ ਮਾਰੀ ਹੈ। ਤਾੜੀ ਤੋਂ ਭਾਵ ਇਹ ਨਹੀਂ ਵੀ ਮਹਾਰਾਜ ਜੀ ਨੇ ਦੱਸਿਆ ਵੀ
ਵੀ ਮੈਂ ਚੱਲਿਆ। ਦਸਤਾ ਮਹਾਰਾਜ ਜੀ ਨੇ ਪਹਿਲਾਂ ਹੀ ਦਿੱਤਾ ਸੀ। ਗੁਰੂ ਕਲਗੀਧਰ ਪਾਤਸ਼ਾਹ ਤਾੜੀ ਤੋਂ ਭਾਵ ਇਹ ਹੈ, ਲੈ ਵੀ ਸਿੱਖੋ, ਆਨੰਦਪੁਰ ਦੇ ਕਿਲੇ ਵਿੱਚ ਮੇਰੇ ਕੋਲ ਅਨੇਕਾਂ ਵਸਤੂਆਂ ਸੀ, ਖਜ਼ਾਨਾ ਵੀ ਸੀ, ਕਲਗੀ ਸੀ, ਤਖਤ ਤਾਜ ਸੀ, 1.25 ਲੱਖ ਦਾ ਛਤਰ ਸੀ, 1.25 ਲੱਖ ਦੀ ਜਿੱਥੇ ਮਹਾਰਾਜ ਚਰਨ ਰੱਖਦੇ ਚੌਂਕੀ ਵੀ ਸੀ, ਤਖਤ ਵੀ ਸਨ, ਕਲਗੀ ਵੀ ਸੀ। ਲਓ ਵੀ ਸਿੱਖੋ, ਆਪਣਾ ਕਲਗੀ ਦੇ ਕੇ, ਇੱਕੋ ਕਲਗੀ ਬਚਦੀ ਸੀ ਮੇਰੇ ਕੋਲ, ਇਹ ਵੀ ਕਲਗੀ ਭਾਈ ਸੰਗਤ ਸਿੰਘ ਜੀਆਂ ਨੂੰ ਦੇ ਕੇ ਮਾਣ ਬਖਸ਼ ਕੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਮਹਾਰਾਜ ਜੀਆਂ ਨੇ ਇਹ ਪੰਗਤੀ ਨੂੰ ਦੁਹਰਾਇਆ। ਤੇ ਮਹਾਰਾਜ ਜੀ ਕਹਿਣ ਲੱਗੇ ਤਾੜੀ ਮਾਰੀ ਹੈ, ਭਾਵ ਕਿ ਆ ਸਿੱਖਾਂ ਦਾ ਗੁਰੂ ਖਾਲੀ ਹੱਥ ਝਾੜ ਕੇ ਚੱਲਿਆ। ਆਖੋ ਸਤਨਾਮ। ਮਹਾਰਾਜ ਜੀਆਂ ਨੇ ਤਾੜੀ ਮਾਰੀ ਹੈ। ਉਸ ਸਮੇਂ ਚਮਕੌਰ ਦੀ ਗੜੀ ਵਿੱਚੋਂ ਮਹਾਰਾਜ ਜੀ ਨਿਕਲਣ ਲੱਗੇ। ਆਓ ਪੜੋ ਪ੍ਰੇਮ ਨਾਲ। ਪੰਜਾਂ ਸਿੰਘਾਂ ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਪੰਜਾਂ ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਪੰਜਾਂ ਗੁਰਾਂ ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਪੰਜਾਂ ਸਿੰਘਾਂ ਨੂੰ ਸਰੂਪ ਦੇ ਕੇ ਤਾੜੀ ਮਾਰ ਗੁਰੂ ਜੀ ਚਲੇ। ਪੰਜਾਂ ਸਿੰਘਾਂ ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਸਿੰਘਾਂ ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਪੰਜਾਂ ਸਿੰਘਾਂ ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਸਿੰਘਾਂ ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਸਿੰਘਾਂ ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਸਰੂਪ ਦੇ ਕੇ ਤਾੜੀ ਮਾਰ ਗੁਰੂ ਜੀ ਚਲੇ। ਪੰਜਾਂ ਸਿੰਘਾਂ ਨੂੰ ਸਰੂਪ ਦੇ ਕੇ ਆਪਣਾ ਤਾੜੀ ਮਾਰ ਗੁਰੂ ਜੀ ਚਲੇ। ਹਾਂ, ਚਮਕੌਰ ਦੀ ਗੜੀ ਵਿੱਚੋਂ ਮਹਾਰਾਜ ਨੇ ਤਾੜੀ ਮਾਰੀ ਹੈ ਵੀ ਸਿੱਖਾਂ ਦਾ ਗੁਰੂ ਖਾਲੀ ਹੱਥ ਝਾੜ ਕੇ ਆ ਚੱਲਿਆ। ਤੇ ਸਾਧ ਸੰਗ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਜਾਂਦੇ ਨੇ, ਤੁਰਦੇ ਨੇ। ਇੱਥੇ ਫਿਰ ਇੱਕ ਜ਼ਿਕਰ ਵੀ ਆਉਂਦਾ ਹੈ, ਰਾਹ ਵਿੱਚ ਇੱਕ ਨਗਰ ਆਉਂਦਾ ਬਹਿਲੋਲਪੁਰ, ਜਿੱਥੋਂ ਦਾ ਇੱਕ ਰਹਿਣ ਵਾਲਾ ਸੀ ਮਹਾਰਾਜ ਜੀਆਂ ਦਾ ਇੱਕ ਪੂਰਨ ਮਸੰਦ ਸੀ। ਤੇ ਸਾਧ ਸੰਗਤ ਉਹ ਬੜਾ ਆਖਿਆ ਕਰਦਾ ਆਨੰਦਪੁਰ ਸਾਹਿਬ ਆ ਕੇ, ਮਹਾਰਾਜ ਜੀ ਕਦੇ ਘਰ ਵਿੱਚ ਚਰਨ ਪਾਓ, ਆਪ ਜੀਆਂ ਦੇ ਚਰਨ ਪੈਣ, ਇਹ ਘਰ ਪਵਿੱਤਰ ਹੋਵੇ। ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਸਮਾਂ ਬਣਾਓ। ਤੇ ਸਾਧ ਸੰਗਤ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨੇ ਇਕੱਲੇ ਹੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ। ਰਾਹ ਵਿੱਚ ਨਗਰ ਬਹਿਲੋਲਪੁਰ ਆਇਆ, ਪੁੱਛਿਆ ਬਈ ਅੰਮ੍ਰਿਤ ਵੇਲਾ ਸੀ, ਪੰਡਤ ਇੱਕ ਨਹਾਉਣ ਵਾਸਤੇ ਟੋਭੇ ਤੇ ਆਇਆ ਹੋਇਆ। ਪੁੱਛਣ ਲੱਗਿਆ ਵੀ ਇੱਥੇ ਪੂਰਨ ਮਸੰਦ ਦਾ ਘਰ ਕਿਹੜਾ ਹੈ, ਕਿਉਂਕਿ ਮਹਾਰਾਜ ਜੀ ਦਾ ਜਾਮਾ ਲੀਰੋ ਲੀਰ ਹੋਇਆ ਹੈ, ਪਜਾਮਾ ਵੀ ਪਾਟਿਆ ਹੋਇਆ ਹੈ, ਦਸਤਾਰ ਵੀ ਸਾਦੀ ਜਿਹਾ, ਕੋਈ ਜਿੱਦਾਂ ਕਲਗੀ ਲੱਗੀ ਹੁੰਦੀ ਫਿਰ ਤਾਂ ਪਤਾ ਲੱਗ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਹੈ। ਆਹ ਬਸ ਇੱਕ ਬਿਨਾਂ ਮਿਆਨ ਤੋਂ ਮਹਾਰਾਜ ਜੀ ਨੇ ਸ੍ਰੀ ਸਾਹਿਬ ਹੱਥ ਵਿੱਚ ਫੜੀ ਹੈ। ਬਹਿਲੋਲਪੁਰ ਨਗਰ ਵਿੱਚ ਉਹ ਪੰਡਤ ਕਹਿਣ ਲੱਗਿਆ ਚਲੋ ਮੈਂ ਛੱਡ ਆਉਣਾ, ਮੈਂ ਸੰਖੇਪ ਵਿੱਚ ਵੀ ਸਮਾਪਤੀ ਦਾ ਸਮਾਂ ਕਰੀਏ। ਉਹ ਬਹਿਲੋਲਪੁਰ ਨਗਰ ਵਿੱਚ ਉਹ ਪੰਡਤ ਜਿਹੜਾ ਇਸ਼ਨਾਨ ਕਰਨ ਵਾਸਤੇ ਪੂਰਨ ਮਸੰਦ ਦੇ ਘਰ ਜਾ ਕੇ ਛੱਡ ਆਉਂਦਾ। ਇਹ ਪੂਰਨ ਮਸੰਦ ਉਸ ਘਰ ਵਿੱਚ ਰਹਿੰਦਾ, ਇਹਦਾ ਨੌਕਰ ਹੈ ਇੱਕ ਜਿਉਣਾ। ਤੇ ਸਾਧ ਸੰਗਤ ਜਿਉਣਾ, ਭਾਈ ਜਿਉਣਾ, ਉਹ ਹੇਠਾਂ ਮੰਨੋ ਜਿਵੇਂ ਕੋਈ ਮੱਝਾਂ ਸਾਂਭਣ ਵਾਲਾ ਹੁੰਦਾ, ਉਸ ਬਾੜੇ ਨੂੰ ਸਾਂਭਣ ਵਾਸਤੇ ਹੇਠਾਂ ਹੈ। ਪੂਰਨ ਮਸੰਦ ਆਪ ਉੱਪਰ ਚੁਬਾਰੇ ਵਿੱਚ ਰਹਿੰਦਾ। ਜਿਸ ਵੇਲੇ ਉਹ ਜਾ ਕੇ ਦਰਵਾਜ਼ਾ ਖੋਲ੍ਹਿਆ, ਕਹਿਣ ਲੱਗੇ ਜੀ ਤੁਸੀਂ ਕੌਣ ਹੋ? ਉਹਨੇ ਵੀ ਨਾ ਪਛਾਣਿਆ ਭਾਈ ਜਿਉਣੇ ਨੇ। ਕਿਉਂ ਪਛਾਣ ਕਿਵੇਂ? ਕਲਗੀ ਜਦੋਂ ਵੀ ਵੇਖਿਆ ਸੀ ਮਹਾਰਾਜ ਜੀ ਨੂੰ, ਕਲਗੀ ਦੇ ਚਿਹਰੇ ਤੇ ਸਾਜਦਾ ਦਸਤਾਰ ਤੇ ਕਲਗੀ ਸਾਦੀ ਵੇਖੀ ਸੀ। ਇੰਨਾ ਮਾੜਾ ਹਾਲ ਹੈ, ਮਹਾਰਾਜਿਆਂ ਦੇ ਖੂਨ ਸਿੰਮਦਾ, ਜਾਮਾ ਵੀ ਲੀਰੋ ਲੀਰ ਹੋਇਆ। ਕਹਿਣ ਲੱਗੇ ਵੀ ਤੇਰਾ ਮਾਲਕ ਕਿੱਥੇ ਹੈ? ਪੂਰਨ ਮਸੰਦ ਉਹਨੂੰ ਬੁਲਾ ਕੇ ਲਿਆ ਸੀ ਮਿਲਣਾ। ਬੜਾ ਆਖਦਾ ਸੀ
ਵੀ ਮਹਾਰਾਜ ਸਾਡੇ ਘਰ ਚਰਨ ਪਾਓ। ਕਹਿਣ ਲੱਗੇ ਬੁਲਾ ਤਾਂ ਲਿਆਉਣਾ, ਮੈਂ ਉਹਨੂੰ ਜਾ ਕੇ ਦੱਸਾਂ ਵੀ ਕੌਣ ਆਇਆ ਹੋਇਆ ਹੈ। ਉਹਨੇ ਆਪਣੇ ਉਹ ਮੰਜੀ ਤੇ ਬਿਠਾਇਆ ਜਿੱਥੇ ਮੱਝਾਂ ਵਾਲੇ ਕੰਮ ਉਸ ਬਾੜੇ 'ਚ ਬੈਠਾ ਹੈ। ਤੇ ਸਾਧ ਸੰਗਤ ਕਹਿਣ ਲੱਗੇ ਮਹਾਰਾਜ ਵੀ ਜਾ ਕਹਿ ਦੇ ਵੀ ਤੇਰਾ ਗੁਰੂ ਆਇਆ, ਗੁਰੂ ਗੋਬਿੰਦ ਸਿੰਘ ਆਨੰਦਪੁਰ ਵਾਲਾ। ਉਹ ਜਦੋਂ ਇੰਨੀ ਗੱਲ ਸੁਣੀ ਕਹਿੰਦਾ ਹਾਂ ਹਾਂ ਮਹਾਰਾਜ ਮੈਂ ਭੱਜ ਕੇ ਜਾ ਕੇ ਬੁਲਾ ਕੇ ਲਿਆਉਣਾ। ਭੱਜਿਆ ਗਿਆ, ਉੱਤੇ ਜਾ ਕੇ ਦਰਵਾਜ਼ਾ ਭੰਨਿਆ, ਖੜਕਾਉਣ ਲੱਗਿਆ ਵੀ ਉੱਠੋ ਜੀ ਸੇਠ ਜੀ, ਗੁਰੂ ਆਏ ਨੇ ਆਨੰਦਪੁਰ ਸਾਹਿਬ ਵਾਲੇ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ ਆਨੰਦਪੁਰ ਸਾਹਿਬ ਵਾਲੇ ਗੁਰੂ ਅੱਗੇ ਨਾ ਪਿੱਛੇ ਕਦੇ ਆਏ ਨਹੀਂ, ਅੱਜ ਇਹੋ ਜੀ ਵਿਪਤਾ ਦਾ ਸਮਾਂ ਹੈ, ਅੱਜ ਕਿਵੇਂ ਆ ਗਏ? ਤੇ ਸਾਧ ਸੰਗਤ ਜਾ ਕੇ ਸਾਰੀ ਗੱਲ ਦੱਸੀ ਵੀ ਉਹਨਾਂ ਦੇ ਪਿੱਛੇ ਤਾਂ ਇਸ ਤਰ੍ਹਾਂ ਤੁਰਕ ਆਪਣੇ ਪੁੱਤਰ ਵੀ ਸ਼ਹੀਦ ਕਰਵਾ ਕੇ ਚਮਕੌਰ ਦੀ ਗੜੀ ਵਿੱਚੋਂ ਤੇਰੇ ਘਰ ਵੱਲ ਆ ਰਹੇ ਨੇ, ਸਿੱਧਾ ਤੇਰੇ ਘਰ ਪਹੁੰਚੇ ਨੇ। ਜਾਓ ਉਹਨਾਂ ਦਾ ਸਵਾਗਤ ਕਰੋ, ਉਹਨਾਂ ਨੂੰ ਨਿੱਘ ਦਿਓ, ਜਾਮਾ ਲੀਰੋ ਲੀਰ ਹੋਇਆ ਹੈ, ਉਹਨਾਂ ਦੇ ਚੰਗੇ ਵਸਤਰ। ਉਹ ਕਹਿਣ ਲੱਗਿਆ ਵੀ ਜਾ ਕੇ ਕਹਿ ਦੇ ਤੂੰ ਕਿਉਂ ਤੇ ਕਿਹਾ ਕਿ ਵੀ ਪੂਰਨ ਮਸੰਦ ਕਿੱਥੇ ਆ? ਕਹਿਣ ਲੱਗੇ ਸੇਠ ਜੀ ਮੈਂ ਕਹਿਤਾ ਵੀ ਘਰ ਹੀ ਨੇ, ਮੈਂ ਹੁਣੀ ਬੁਲਾ ਕੇ ਲਿਆਉਣਾ। ਕਹਿਣ ਲੱਗਿਆ ਪੂਰਨ ਮਸੰਦ ਕਹੋ ਤੈਂ ਕਹਿ ਦੇਣਾ ਸੀ ਵੀ ਪੂਰਨ ਮਸੰਦ ਘਰ ਨਹੀਂ, ਤੈਂ ਕਿਉਂ ਕਿਹਾ ਵੀ ਪੂਰਨ ਮਸੰਦ ਘਰ ਹੀ ਹੈ, ਮੈਂ ਬੁਲਾ ਕੇ ਲਿਆਉਣਾ? ਭਾਵ ਕਿ ਜਦੋਂ ਵਕਤ ਇਨਸਾਨ ਤੇ ਆਣ ਪੈਂਦੇ ਸੱਪ ਰੱਸੀਆਂ ਦੇ ਬਣ ਵੱਟ ਜਾਂਦੇ, ਖੋਟੇ ਖਰੇ ਦੀ ਨਾ ਕੋਈ ਪਰਖ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸੇ ਵੱਟ ਜਾਂਦੇ। ਚੱਕਰ ਭਾਰੀ ਦਾ ਜਿਨ੍ਹਾਂ ਦੇ ਪਿਆਸ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਖ ਜਾਂਦੇ। ਜਦੋਂ ਵਕਤ ਇਨਸਾਨ ਤੇ ਆਣ ਪੈਂਦੇ ਸੱਪ ਰੱਸੀਆਂ ਦੇ ਬਣ ਮਹਾਰਾਜ ਜੀ ਨੇ ਸਮਝਾ ਦਿੱਤਾ। ਜਦੋਂ ਆਇਆ ਨਾ ਹੇਠਾਂ ਕਹਿ ਦੇ ਵੀ ਉਹ ਪੂਰਨ ਮਸੰਦ ਕਹਿਣ ਲੱਗਿਆ ਜਿਉਣਿਆ ਜਾ ਕੇ ਮਹਾਰਾਜ ਨੂੰ ਕਹਿ ਦੇ ਵੀ ਜੇ ਸਾਨੂੰ ਦਰਸ਼ਨਾਂ ਦੀ ਲੋੜ ਹੋ ਨਾ ਅਸੀਂ ਆਪੇ ਆਨੰਦਪੁਰ ਸਾਹਿਬ ਆ ਕੇ ਕਰ ਲਾਂਗੇ, ਹੁਣ ਸਾਡੇ ਘਰ ਵਿੱਚੋਂ ਚਲੇ ਜਾਓ, ਆਪ ਤਾਂ ਤੁਸੀਂ ਉਜੜੇ ਹੋ, ਸਾਨੂੰ ਕਿਉਂ ਉਜਾੜਦੇ ਹੋ? ਭਾਵ ਕਿ ਮਹਾਰਾਜ ਜੀ ਨੇ ਸਮਝਾ ਦਿੱਤਾ ਉਹ ਸਿੱਖੋ ਜਦ ਇੰਨੇ ਬਿਪਤਾ ਦੇ ਸਮੇਂ ਵਿੱਚ ਮੇਰਾ ਨਹੀਂ ਕੋਈ ਭਾਈਵਾਲ ਬਣਿਆ, ਮੇਰਾ ਨਹੀਂ ਕੋਈ ਨਾਲ ਖੜਿਆ, ਤੇ ਤੁਹਾਡੇ ਨਾਲ ਕੌਣ ਖੜ ਜਾਊ? ਆਪਾਂ ਵੀ ਪੜ੍ਹਦੇ ਆ ਨਾ ਸਾਡੇ ਨਾਲ ਕੌਣ ਇਸ ਦੁਨੀਆ ਤੇ, ਜੈ ਮਾਤ ਪਿਤਾ ਮਿੱਤਰਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਮਹਾਰਾਜ ਕਹਿੰਦੇ ਉੱਥੇ ਕਿਸੇ ਨੇ ਨਹੀਂ ਖੜਨਾ ਜਦੋਂ ਬਿਪਤਾ ਪੈ ਜਾਂਦੀ ਹੈ। ਛੱਡ ਜਾਣਗੇ ਜਿੰਦੇ ਤੇਰੇ ਸੰਗੀ ਸਾਥੀ ਨਾਲ ਦੇ, ਜਾਣਗੇ ਜਿੰਦੇ ਤੇਰੇ ਸੰਗੀ ਸਾਥੀ ਨਾਲ ਦੇ, ਜਿੰਦੇ ਤੇਰੇ ਸੰਗੇ ਸਾਥੀ ਨਾਲ ਦੇ, ਜਾਣਗੇ ਜਿੰਦੇ ਤੇਰੇ ਸੰਗੇ ਸਾਥੀ ਨਾਲ। ਛੱਡ ਜਾਣਗੇ ਜਿੰਦੇ ਤੇਰੇ ਸੰਗੀ ਸਾਥੀ ਨਾਲ ਦੇ, 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 ਛੱਡ ਜਿੰਦੇ ਤੇਰੇ ਸੰਗੀ ਸਾਥੀ, ਛੱਡ ਜਾਣਗੇ ਜਿੰਦੇ ਤੇਰੇ ਸੰਗੀ ਨਾਲ ਦੇ, ਛੱਡ ਜਾਣਗੇ ਜਿੰਦੇ ਤੇਰੇ ਸੰਗੇ ਸਾਥੀ ਨਾਲ ਦੇ, ਜਾਣਗੇ ਜਿੰਦੇ ਵੇ ਤੇਰੇ ਸੰਗੀ ਸਾਥੀ ਨਾਲ ਦੇ, ਜਾਣਗੇ ਜਿੰਦੇ ਤੇਰੇ ਸੰਗੀ ਸਾਥੀ ਨਾਲ ਦੇ, ਸੰਗੇ ਸਾਥੀ ਨਾਲ ਦੇ, ਜਾਣਗੇ ਜਿੰਦੇ ਸੰਗੀ ਸਾਥੀ, ਜਾਣਗੇ ਜਿੰਦੇ ਤੇਰੇ ਸੰਗੀ ਸਾਥੀ ਨਾਲ ਦੇ, ਜਾਣਗੇ ਜਿੰਦੇ ਤੇਰੇ ਸੰਗੀ ਸਾਥੀ ਨਾਲ ਦੇ। ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ, ਸਭੋ ਭਜੋ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤਤੀ। ਤੇ ਸਾਧ ਸੰਗਤ ਮਹਾਰਾਜ ਜੀ ਨੇ ਸਮਝਾਤਾ। ਜਦੋਂ ਆਇਆ ਨਾ ਸਾਹਮਣੇ ਵੇਖਿਆ ਜਿਉਣਾ ਹੇਠਾਂ ਮੂੰਹ ਜਿਹਾ ਲਟਕਾਇਆ ਹੋਇਆ, ਮਹਾਰਾਜ ਕਹਿਣ ਲੱਗੇ ਕੋਈ ਨਾ ਜਿਉਣਿਆ ਆ ਜਾ, ਅਸੀਂ ਸਾਰਾ ਕੁਝ ਸੁਣ ਲਿਆ, ਕੋਈ ਗੱਲ ਨਹੀਂ। ਇਹ ਮੈਂ ਸਮਝਾਉਣਾ ਹੀ ਚਾਹੁੰਦਾ ਆ ਸਿੱਖਾਂ ਵਾਸਤੇ ਸਾਡੇ ਵਾਸਤੇ ਪੂਰਨੇ ਪਾ ਕੇ ਗਿਆ। ਜਦ ਬਿਪਤਾ ਵਿੱਚ ਮੇਰੇ ਨਹੀਂ ਨਾਲ ਕੋਈ ਖੜਿਆ, ਤੁਹਾਡੇ ਨਾਲ ਕੌਣ ਖੜ ਜਾਊ? ਜਦੋਂ ਵਕਤ ਇਨਸਾਨ ਤੇ ਆਮ ਪੈਂਦੇ ਸੱਪ ਰੱਸੀਆਂ ਦੇ ਬਣ ਵੱਟ ਜਾਂਦੇ। ਤੇ ਸਾਧ ਸੰਗਤ ਜਦੋਂ ਸਮਾਂ ਆ ਜਾਵੇ ਬਿਪਤਾ ਦੇ ਸਮੇਂ ਵਿੱਚ ਕੌਣ ਖੜਦਾ ਨਾਲ? ਤੇ ਸਾਧ ਸੰਗਤ ਜਦੋਂ ਜਿਉਣਾ ਆ ਕੇ ਮਹਾਰਾਜ ਜੀ ਹੁਣ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ?
ਉਹਨੇ ਨਾ ਖੂਹ ਲਾਉਣਾ ਸੀ, ਟਿੰਡ ਖੂਹ ਲਾਉਣਾ ਸੀ। ਉਹ ਟਿੰਡ ਦੇ ਵਿੱਚ ਨਾ ਮਹਾਰਾਜ ਜੀ ਨੂੰ ਅੱਗ ਪਾ ਕੇ ਦੇਤੀ। ਲਓ ਮਹਾਰਾਜ ਮੈਂ ਇੰਨਾ ਕੁ ਕਰ ਸਕਦਾ, ਮੈਂ ਅੱਜ ਤੱਕ ਰੱਬ ਤੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਵੀ ਮਹਾਰਾਜ ਮੈਨੂੰ ਆਪਦਾ ਘਰ ਨਹੀਂ ਦਿੱਤਾ, ਮੈਨੂੰ ਆਪਣੀ ਛੱਪਰੀ ਨਹੀਂ ਦਿੱਤੀ। ਮਹਾਰਾਜ ਜੇ ਮੇਰੇ ਕੋਲ ਅੱਜ ਛੱਪਰੀ ਵੀ ਹੁੰਦੀ ਮੈਂ ਆਪ ਜੀਆਂ ਨੂੰ ਮੈਂ ਆਪਦੇ ਛੱਪਰੀ ਵਿੱਚ ਲੈ ਜਾਂਦਾ, ਪਰ ਮੈਂ ਕੀ ਕਰਾਂ, ਰੱਬ ਨੇ ਮੈਨੂੰ ਛੱਪਰੀ, ਅੱਜ ਤੱਕ ਮੈਂ ਰੱਬ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ, ਪਰ ਮੈਨੂੰ ਅੱਜ ਰੱਬ ਤੇ ਗਿਲਾ ਵੀ ਹੈ। ਮੇਰੇ ਕੋਲ ਆਪਦੀ ਛੱਪਰੀ ਹੁੰਦੀ ਮੈਂ ਤੁਹਾਨੂੰ ਉੱਥੇ ਲੈ ਕੇ ਜਾਂਦਾ। ਲਓ ਮਹਾਰਾਜ ਮੇਰੇ ਕੋਲ ਆ ਇੱਕ ਟਿੰਡ ਹੈ, ਮੈਂ ਖੂਹ ਲਾਉਣਾ ਸੀ ਖੇਤ ਜਾ ਕੇ, ਆ ਟਿੰਡ ਦੇ ਵਿੱਚ ਤੁਹਾਨੂੰ ਅੱਗ ਪਾ ਦਿੰਨਾ, ਜਿੱਥੇ ਤੱਕ ਜਾਊਗੀ ਨਾਲ ਅੱਗ ਦਾ ਸਹਾਰਾ ਸੇਕ ਲੈਂਦੇ ਤੁਸੀਂ ਆਪ ਜੀ ਚਲੇ ਜਾਓ। ਸਾਧ ਸੰਗਤ ਫਿਰ ਉਹੀ ਟਿੰਡ ਸੀ ਜਿਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਕੇ ਉਹ ਟਿੰਡ ਦੀ ਅੱਗ ਬੁੱਝ ਜਾਂਦੀ ਹੈ। ਉਸੇ ਟਿੰਡ ਦਾ ਸਰਾਣਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਲਾਇਆ ਹੋਇਆ ਹੈ। ਮਾਛੀਵਾੜੇ ਦੇ ਜੰਗਲਾਂ ਵਿੱਚ ਇਉਂ ਪਏ ਨੇ। ਸਾਧ ਸੰਗਤ ਆਓ ਇੰਨਾ ਕੁ ਸਮਾਂ ਪ੍ਰਵਾਨ ਆ ਧਾਰਨਾ ਪੜ੍ਹਦੇ ਹਾਂ। ਹੋਈਆਂ ਤਮਾਮ ਭੁੱਲਾਂ ਦੀ ਖਿਮਾ, ਹੋ ਸਕਦਾ ਕਈਆਂ ਦੇ ਮਨ ਵਿੱਚ ਹੋਵੇ ਵੀ ਅੱਜ ਤਾਂ ਬਾਬਾ ਹਟਣ 'ਚ ਹੀ ਨਹੀਂ ਆਉਂਦਾ, ਕਿਉਂਕਿ ਸਾਧ ਸੰਗਤ ਆਹ ਸਮਾਂ ਸਾਡਾ ਲੇਖੇ ਦੇ ਵਿੱਚ ਹੈ। ਉਹਨਾਂ ਦੀ ਯਾਦ ਵਿੱਚ ਕੀ ਅਸੀਂ ਅੱਜ ਕਿੱਥੇ ਚੱਲੇ ਆ। ਸਾਡੇ ਤੇ ਤਾਂ ਕੋਈ ਸਾਡੇ ਪੁੱਤਾਂ ਨੂੰ ਮਾਰਨ ਨਹੀਂ ਪੈਂਦਾ, ਅੱਜ ਸਾਡੇ ਤੇ ਕੋਈ ਇਹੋ ਜਿਹੇ ਜੰਗ ਨਹੀਂ ਹੋਣ ਲੱਗੇ। ਆਹ ਸਮਾਂ ਬਹਿ ਜਾਗੇ, ਇਹੀ ਸਮਾਂ ਲੇਖੇ ਦੇ ਵਿੱਚ ਹੈ। ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਗੁਜਰੇ, ਪੈਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ, ਇਹ ਵਿੱਚ ਨੀਲੇ ਗੁਜਰੇ ਸ਼ਾਮ ਦੇ ਫਜਰੇ। ਪਤਾ ਨਹੀਂ ਕਿਸ ਮੋੜ ਉਤੇ ਸਾਡੀ ਜ਼ਿੰਦਗੀ ਦੀ ਰਾਤ ਸ਼ਾਮ ਪੈ ਜਾਣੀ ਹੈ। ਆਓ ਆ ਹਾਜ਼ਰੀ ਇੰਨੀ ਕੁ ਪ੍ਰਵਾਨ ਕਰੋ, ਇੰਨੀਆਂ ਕੁ ਕੀਰਤਨ ਕਰਦੇ ਹਾਂ, ਵਿਚਾਰਾਂ ਕਰਦੇ ਹਾਂ। ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਟੁੱਟਾਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆ ਸਮਾਂ ਜਿਹੜਾ ਚੱਲ ਰਿਹਾ 7 ਪੋਹ 21 ਦਸੰਬਰ ਤੋਂ ਆਰੰਭ ਹੋ ਜਾਣਾ, ਜਿੰਨਾ ਕੁ ਵੀ ਸਮਾਂ ਹੋਵੇ ਉਸ ਮਹਾਂਪੁਰਖਾਂ ਦੇ, ਉਹ ਮਹਾਰਾਜਿਆਂ ਦੇ, ਉਹਨਾਂ ਦੇ ਪੁੱਤਾਂ ਦੇ, ਲਾਲਾਂ ਦੇ ਸ਼ਹੀਦ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਯਾਦ ਵਿੱਚ ਗੁਜ਼ਾਰੀਏ। ਥੋੜ੍ਹੇ ਚੋਂ ਥੋੜ੍ਹਾ, ਬਹੁਤੇ ਚੋਂ ਬਹੁਤਾ ਸਮਾਂ ਕੱਢ ਕੇ ਉਹਨਾਂ ਦੀ ਯਾਦ ਵਿੱਚ ਆਪਾਂ ਬੈਠਿਆ ਕਰੀਏ। ਆਓ ਸਾਧ ਸੰਗ ਇੰਨੀ ਕੁ ਹਾਜ਼ਰੀ ਪ੍ਰਵਾਨ। ਜੋ ਅਜੇ ਤੱਕ ਨਹੀਂ ਬੋਲਿਆ ਆ ਧਾਰਨਾ ਪੜ੍ਹਿਓ, ਫਿਰ ਆਨੰਦ ਸਾਹਿਬ ਦੀ ਬਾਣੀ ਦਾ ਜਾਪ, ਅਰਦਾਸ, ਬੇਨਤੀ, ਫਿਰ ਆਪ ਜੀਆਂ ਨੇ ਹੁਕਮ ਨਾਲ ਸੁਣ ਕੇ ਆਪੋ ਆਪਣੇ ਘਰੇ ਜਾਣ। ਉਹੀ ਟਿੰਡ ਦਾ ਸਹਾਰਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਲਾਈ ਪਏ ਨੇ। ਮਹਾਰਾਜ ਜੀ ਵੇਖੋ ਕੈਸਾ ਸਮਾਂ, ਕਿਧਰੇ ਤਾਂ ਮਹਾਰਾਜ ਜੀ ਮਹਿਲਾਂ ਵਿੱਚ ਅਨੰਦਪੁਰ ਸਾਹਿਬ ਦੇ 1.25 ਲੱਖ ਦੇ ਤਖਤਾਂ ਤੇ ਬੈਠਦੇ ਨੇ, 1.25 ਲੱਖ ਦੀ ਚੌਂਕੀ, 1.25 ਲੱਖ ਦਾ ਪ੍ਰਸ਼ਾਦੀ ਹਾਥੀ ਨੇ, 1.25 ਲੱਖ ਦੇ ਛਤਰ ਝੁਲਦੇ ਨੇ। ਪਰ ਇੱਕ ਸਮਾਂ ਉਹ ਵੀ ਆ ਗਿਆ ਹੈ, ਮਹਾਰਾਜ ਜੀ ਟਿੰਡ ਦਾ ਸਰਾਣਾ ਲਾਈ ਪਏ ਨੇ। ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ। ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌਂ ਗਿਆ, ਸਾਰਾ ਪਰਿਵਾਰ ਵਾਰ ਕੇ। ਇਹਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ, ਪੁੱਤਰਾਂ ਦੇ ਦਾਨੀਆਂ ਗੁਰਾਂ। ਕੰਡਿਆਂ ਤੇ ਨੀਂਦ ਕਿਵੇਂ ਆਈ, ਉਹ ਪੁੱਤਰਾਂ ਦੇ ਦਾਨੀਆਂ ਗੁਰਾਂ। ਕੰਡਿਆਂ ਤੇ ਨੀਂਦ ਕਿਵੇਂ ਆਏ, ਪੁੱਤਰਾਂ ਦੇ ਦਾਨੀਆਂ ਗੁਰਾਂ। ਕੰਡਿਆਂ
ਉੱਤੇ ਨੀਂਦ ਕਿਵੇਂ ਆਈ ਪੁੱਤਰਾਂ ਦੇ ਦਾਨੀਆਂ ਗੁਰਾਂ ਪੁੱਤਰਾਂ ਦੇ ਦਾਨੀਆਂ ਗੁਰਾਂ ਮੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਏ ਪੁੱਤਰਾਂ ਦੇ ਦਾਨੀਆਂ ਗੁਰਾਂ ਪੁੱਤਰਾਂ ਦੇ ਜੀ ਦਾਨੀਆਂ ਗੁਰਾਂ ਪੁੱਤਰਾਂ ਦੇ ਜੀ ਦਾਨੀਆਂ ਗੁਰਾਂ ਪੁੱਤਰਾਂ ਦੇ ਦਾਨੀਆਂ ਗੁਰਾਂ ਪੁੱਤਰਾਂ ਦੇ ਜੇ ਦਾਨੀਆਂ ਗੁਰਾਂ ਪੁੱਤਰਾਂ ਦੇ ਜੀ ਦਾਨੀਆਂ ਗੁਰਾਂ ਪੁੱਤਰਾਂ ਦੇ ਜੇ ਦਾਨੀਆਂ ਗੁਰਾਂ ਤੈਨੂੰ ਰੋੜਾ ਉੱਤੇ ਨੀਂਦ ਕਿਵੇਂ ਆਈ ਨੀਂਦ ਕਿਵੇਂ ਆਈ ਪੁੱਤਰਾਂ ਦੇ ਦਾਨੀਆਂ ਗੁਰਾਂ ਤੈਨੂੰ ਰੋੜਾ ਉੱਤੇ ਨੀਂਦ ਕਿਵੇਂ ਆਈ ਉਹ ਪੁੱਤਰਾਂ ਦੇ ਦਾਨੀਆਂ ਗੁਰਾਂ ਨੰਦੇ ਆਤੇ ਨੇ ਕਿਵੇਂ ਆਏ ਤਨਾਂ ਦੇ ਦਾਨੀਆਂ ਗੁਰਾਂ ਕੰਡੇ ਆਤੇ ਨੇ ਕਿਵੇਂ ਆਏ ਪੁੱਤਰਾਂ ਦੇ ਦਾਨੀਆਂ ਗੁਰਾਂ ਨੀਂਦ ਕਿਵੇਂ ਆਈ ਪੁੱਤਰਾਂ ਦੇ ਦਾਨੀਆਂ ਗੁਰਾਂ ਤੈਨੂੰ ਪੁੱਤਰਾਂ ਦੇ ਦਾਨੀਆਂ ਗੁਰਾਂ ਆਓ ਸਾਧ ਸੰਗ ਇੰਨੀ ਹਾਜ਼ਰੀ ਪ੍ਰਵਾਨ ਹੋਈਆਂ ਤਮਾਂ ਪੁੱਲਾਂ ਦੀ ਖਿਮਾ ਆਓ ਐਸਾ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਹੈ ਹੋਈਆਂ ਤਮਾਮ ਪੁੱਲਾਂ ਦੀ ਖਿਮਾ ਜੋ ਅਜੇ ਤੱਕ ਨਹੀਂ ਬੋਲਿਆ ਆਨੰਦ ਸਾਹਿਬ ਦੀ ਬਾਣੀ ਵਿੱਚ ਬੋਲੋ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਦੇ ਮਨ ਵਜਿਆ ਵਾਲਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੇ ਨਾਨਕ ਨੇ ਬਤਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਣ ਨਾਲੇ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋਗ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਣ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਵਸਿਆ ਦੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਤਾ ਕੁਰਬਾਨ ਕੀਤਾ ਗੁਰ ਬਿਟੋ ਦੇਨੇ ਆਏ ਵੰਡਿਆਇਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਸਤਿਕਾਰ ਸੁਭਾਗੇ ਹਰ ਸੁਭਾਗੇ ਸ਼ਬਦ ਆਜੇ ਕਲਾ ਜਿਤ ਕਰ ਧਾਰੀਆਂ ਪੰਜ ਤੂਲ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ
ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਰਾਣ ਰਾਜਨ ਵੈ ਸਲੇ ਪੂਰੇ ਗੁਰ ਦੇ ਜਾਣੀ ਹੁਣ ਤੇ ਪੁਨੀਤ ਕਾ ਤੇ ਬਹੁਤ ਸਤਿਗੁਰ ਰਹਿਆ ਭਰਪੂਰੇ ਵੰਦ ਨਾਨਕ ਗੁਰ ਚਾਰਣ ਲਾਗੇ ਵਾਜੇ ਅਰਹ ਤੋਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੇ ਦਿਲੇ ਸਗਲੇ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਨਾਮ ਤੇ ਆਇਆ ਜਿਨੇ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਨਾਮ ਤੇ ਆਇਆ ਜਿਨੇ ਨਾਮ ਤੇ ਆਇਆ ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਦੇ ਮੁਖ ਦੇਵਲੇ ਕੀਤੇ ਸੁੱਤੇ ਨਾਲ ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਦੇਵਲੇ ਕੀਤੇ ਸੁੱਤੇ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਫਤਿਹ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਤੇਰੀ ਰਾ तुम मात पिता हम बारिक तुमरी किर कोई न जाने सकल समगरी तुमरे सुधरताई तुमसे होए सो आज्ञाकारी तत् मित तुम ही जानी नानक दास सदा कुर्बान ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਭਗਵਤੀ ਜੀ ਕੀ ਪਾਤਸ਼ਾਹ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਦੇਵ ਜੀ ਆਏ ਗੁਰਮਤਿ ਗੁਰ ਤੇ ਅਮਰਦਾਸ ਰਾਮਦਾਸਾਂ ਪਾਏ ਅਰਜਨ ਹਰ ਗੋਬਿੰਦ ਨੂੰ ਸੰਗੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਏ ਚਿੱਠਾ ਸਭ ਦੁਖ ਜਾਏ ਤੇ ਫਾਦਰ ਸੰਧੀ ਹੈ ਕਰਨੌਣੀ ਦਾ ਵਸਾਈ ਸਭ ਥਾਈ ਉਹਨਾਂ ਦੀ ਸਹਾਇਤ ਸੰਪਾਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਉਹਨਾਂ ਦੀ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨਦਾਰ ਜੀ ਕਾ ਤੇ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤੀਆਂ 8 ਜੰਮੀਆਂ ਤਪੀਆਂ ਤਰਨਾਮ ਜਪਿਆ ਵੰਡ ਕੇ ਛਕਿਆ ਦੇ ਚਲਾਈ ਦੇ ਵਾਹੀ ਦੇਸ਼ਨ ਡਟ ਕੀਤਾ ਤਿੰਨਾਂ ਪਿਆਰਾਂ ਸਚਾਰਾਂ ਦੀ ਪਵਿੱਤਰ ਕਮਾਈ ਦਾ ਤੇ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਨਾ ਸਿੰਘਾਂ ਸਿੰਘਾਂ ਧਰਮੇ ਸਿਰ ਦਿੱਤੇ ਬੰਦ ਕਟਵਾਏ ਕੁਕਰੀ ਨੂੰ ਅੰਦਰ ਖੜੀਆਂ ਤੇ ਚੜੇ ਤਨ ਅਰ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਵਾਹਿ ਇਤਨਾ ਦੀ ਕਮਾਈ ਦਾ ਤੇ ਅੰਦਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜੋ ਤਖਤੋਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਬਤ ਖਾਲਸਾ ਜੀ ਕੀ ਅਰਦਾਸ ਸਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਾਨ ਜਾਨ ਗੁਰ ਖਾਲਸਾ ਜੀ ਸਾਹਿਬ ਤਾਂ ਦਰ ਫੇਰਿਆ ਦੇਖ ਦੇਖ ਫਤਿਹ ਜੀ ਕਾਜ ਪੰਥ ਜੀ ਸ੍ਰੀ ਸਾਹਿਬ ਦੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਕੀ ਦਾਨ ਕੇ ਨਾਮ ਰਹਿ ਨਾਮ ਵੇਖ ਨਾਮ ਸਾਧਾਨ ਕੋ ਸਾਧਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕਿਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਨਾਮ ਮਾਨੀ ਮਾਤੂ ਜੀ ਮਾਤਾ ਰਾਖਾ ਵਾਹਿਗੁਰੂ ਜੀ ਕਾਲ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਬਾਂਟ ਨੂੰ ਛੋੜਿਆ ਗਿਆ ਹੈ
ਖੁੱਲੇ ਦਰਸ਼ਨਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਯੂਟਿਆਂ ਦੀ ਕੋਟ। ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀਆਂ ਦੇ ਹਜੂਰ ਅਰਦਾਸ ਬੇਨਤੀ ਜੋ ਦੀ ਆਪ ਦੀ ਮਹਾਨ ਕਿਰਪਾ ਸਦਕਾ ਚਾਰ ਪਹਿਰ ਰਹਿਣ ਸੁੱਖਾਂ ਭਰੀ ਬੀਤ ਹੋਈ ਹੈ। ਦਿਨ ਚੜ੍ਹਿਆ ਆਪ ਜੀ ਨੇ ਕਿਰਪਾ ਕਰਨੀ, ਭਾਗਾ ਮੈਂ ਬੀਤ ਕਰਾਉਣਾ। ਮਹਾਰਾਜ ਆਪ ਦੀ ਕਿਰਪਾ ਸਦਕਾ ਅੰਮ੍ਰਿਤ ਲੈ ਕੇ ਪ੍ਰਕਾਸ਼ ਕਰ ਹੁਕਮ ਨਾਮ ਲਗੇ ਉਪਰੰਤ ਮਹਾਰਾਜ ਜੀ जितनी भी बाणी पढ़ी सुनी गई अखरवाद घाड़ पुल च माफ करनी। तो महाराज कई रोज तो पूर्णमासी दिहाड़े ਨੂੰ ਮੁੱਖ ਰੱਖਦਿਆਂ ਧੁਰ ਕੀ ਬਾਣੀ ਆਏ ਦਿਨ ਸਰਲੀ ਚਿੰਤਨ ਮਟਾਈ ਸ਼੍ਰੀ ਸਾਹਿਬ ਪਾਠ ਸਾਹਿਬ ਬਾਣੀ ਆਰੰਭ ਸਨਾਬ ਦੀ ਕਿਰਪਾ ਸਦਕਾ ਬਾਣੀ ਆਤਮ ਮਦ ਮਾਤੋ ਅੰਤ ਪੜੀ ਸੁਣੀ ਗਈ ਹੈ। ਮਹਾਰਾਜ ਭੋਗ ਪਾਏ ਗਏ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਏ ਲਾਏ ਤੇ ਅੰਨਾ ਕੀਰਤਨ ਹੋਏ। ਕਥਾ ਕੀਰਤਨ ਕਰਦਿਆਂ ਵਿਚਾਰਾ ਕਰਦਿਆਂ ਬਾਣੀ ਪੜ੍ਹਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਟੁੱਟਾਂ ਭੁੱਲਾਂ ਹੋ ਜਾਂਦੀਆਂ ਹਨ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਆਗਾਮ ਤੋਂ ਸੁਧ ਸਪਸ਼ਟ ਬਾਣੀ ਪੜ੍ਹ ਸੇਵਾ ਕਰਨ ਕੀਰਤਨ ਕਰਨ ਦੇ ਬਲ ਬਖਸ਼ਨੇ। ਮਹਾਰਾਜ ਦਰਸ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ। ਤਿਲ ਫੁੱਲ ਪਟਾਮਾਂ ਦਰ ਪ੍ਰਵਾਨ ਕਰੋ। ਸੇਵਾਦਾਰਾਂ ਵੱਲੋਂ ਸਰਦਾਰ ਜਗਰੂਪ ਸਿੰਘ ਸਾਨਾ ਸੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਕਿਰਪਾ ਆਪ ਜੀਆਂ ਦੇ ਵਾਸਤੇ ਸੋਹਣੇ ਸੁੰਦਰ ਪੋਸ਼ਾਕੇ ਬਣਾ ਗਏ। ਸੇਵਾਦਾਰਾਂ ਦੇ ਲੋਕ ਪਰਲੋਕ ਵਿੱਚ ਪਰਦੇ ਕਰਜਣੇ ਅੰਗੀਕਾਰ ਕਰਨੇ। ਮਹਾਰਾਜ ਜੀ ਆਪ ਦੇ ਸੇਵਾਦਾਰ ਵੱਲੋਂ ਦਰ ਘਰ ਦੇ ਪ੍ਰੀਤਵਾਨ ਸਵਰਗਵਾਸੀ ਪ੍ਰਕਾਸ਼ ਸਿੰਘ ਸਾਨਾ ਸਵਰਗਸ ਸਾਦੀ ਸਿੰਘ ਜੀ ਪਰਿਵਾਰ ਵੱਲੋਂ ਗੁਪਤ ਦੇਖ ਸੇਵਾ ਔਰ ਸਾਧ ਸੰਗਤ ਜਸਪ੍ਰੀਤ ਸਿੰਘ ਸਾਨਾ ਜੱਗਾ ਸਿੰਘ ਮਿਸਤਰੀ ਦੇ ਸਾਰੇ ਪਰਿਵਾਰ ਵੱਲੋਂ ਆਪ ਹੀ ਹਜ਼ੂਰੀ ਅੰਦਰ ਸਿੱਖ ਸੰਗਤਾਂ ਵੱਲੋਂ ਪੰਚਮ ਗੜਾ ਪ੍ਰਸ਼ਾਦੀ ਸਜ ਹਾਜ਼ਰ ਆਪ ਜੀ ਕਿਰਪਾ ਕਰੋ। ਅਨੇਕ ਪ੍ਰਕਾਰ ਭੋਜਨ ਬਖੀਏ ਬਹੁ ਵਿੰਜਨ ਮਿਸਟਾਈ ਕਰੀ ਪਾਕ ਸਰਸੋਂ ਪਵਿੱਤਰਾਵਣ ਲਾਵੋ। ਭੋਗ ਹੈ ਤਾਂ ਪ੍ਰਸ਼ਾਦ ਜੀ ਭੋਗ ਲਾਓ। ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ। ਸਤਨਾਮ ਸ਼੍ਰੀ ਵਾਹਿਗੁਰੂ ਕਲਿਆਣ ਕਰੇ ਖਰਵਾਦ ਕਾੜ ਪੁੱਲ ਚ ਮਾਫ ਕਰੋ ਕਿਰਪਾ ਕਰੋ। ਇਲਾਹੀ ਦਰਗਾਹ ਹੁਕਮਨਾਮ ਸਾਹਿਬ ਸੁਣਾ ਕੇ ਸੰਗਤ ਕਰੋ ਨਦਰ ਨਿਹਾਲ ਕਰੋ। ਅਰਦਾਸ ਮਹਾਰਾਜ ਜੀ ਕਿਰਪਾ ਕਰੋ। ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਦੇ ਆਗੇ ਬਖਸ਼ੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰੇ ਨਾਮ ਤੇ ਪਿਆਰ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ Yeah.